ਜਿਹੜੇ ਪੂਰੇ ਉਪਜਾਊ ਵਾਹਣ ਉਹਨਾਂ ਵਿੱਚ ਹੀ ਸਿੱਧੀ ਬਿਜਾਈ ਕਾਮਯਾਬ ਆ। ਦੂਜੇ ਵਾਹਣਾਂ ਦੇ ਵਿੱਚ ਕੀ ਹੁੰਦਾ ਕਿ ਜ਼ਿੰਕ ਲੋਹੇ ਦੀ ਕਮੀ ਆ ਜਾਂਦੀ ਆ। ਕੰਪਨੀ ਸਾਨੂੰ ਕਹਿੰਦੀ ਹੈ ਜੀ ਇਹ ਲੀਟਰ ਤੁਸੀਂ 500 ਲੀਟਰ ਵੇਚ ਦਿਓ ਅਤੇ ਤੁਹਾਨੂੰ ਫਲਾਣੇ ਥਾਂ ਦਾ ਟੂਰ ਦੇ ਦਿੰਦੇ ਆ, ਸਿੰਗਾਪੁਰ ਜਾਇਓ। ਉਹ ਫਿਰ ਮੇਰੇ ਵਰਗਾ ਜਿਹੜਾ ਦੁਕਾਨਦਾਰ ਹੁੰਦਾ ਉਹਨੂੰ ਇਹ ਹੁੰਦਾ ਵੀ ਇਹ 500 ਲੀਟਰ ਵਿਕੇ ਤਾਂ ਮੈਂ ਸਿੰਗਾਪੁਰ ਘੁੰਮ ਕੇ ਆਵਾਂ। ਕਿਸਾਨ ਘਰੇ ਲੈ ਜਾਂਦਾ ਗਾ, ਉਹ ਕੀ ਕਰਦਾ, ਉਹ ਕਹਿੰਦਾ ਵੀ ਕੰਮ, ਉਹ ਕਹਿੰਦਾ ਯਾਰ ਵੀ ਸੇਠ ਨੇ ਇੰਨੀ ਦੱਸਿਆ, ਇਹਨੇ ਨਾਲ ਗੱਲ ਨਹੀਂ ਬਣਨੀ। ਥੋੜ੍ਹੀ ਜਿਹੀ ਉਹ ਸੀਰੀ ਨੂੰ ਕਹਿੰਦਾ ਯਾਰ ਜੇ ਸੇਠ ਨੇ 125 ml ਕਿਹਾ ਕਿੱਲੇ ਦੀ ਤਾਂ ਉਹ 150 ਕਰ ਦਿੰਦਾ ਜੀ। ਸੀਰੀ ਕਹਿੰਦਾ ਵੀ ਬਾਈ ਨੇ ਤਾਂ 150 ਕਿਹਾ, ਗੱਲ ਨਹੀਂ ਬਣਨੀ, ਉਹ ਜਾਂਦਾ ਜਾਂਦਾ 200 ਕਰ ਦਿੰਦਾ। 100 ਵਾਲੀ ਚੀਜ਼ 200 'ਚ ਐਂ ਪਹੁੰਚ ਜਾਂਦੀ। ਫਲਾਣੇ ਨੇ ਯਾਰ 4 ਗੱਟੇ ਪਾਏ ਆ ਯੂਰੀਆ ਦੇ, ਆਪਾਂ 5 ਪਾ ਦਈਏ, ਆਪਣਾ ਫਾਇਦਾ ਹੋ। ਜਾਂ ਆਪਾਂ ਸਪਰੇਅ ਉਹਨੇ ਇੰਨੀ ਕੀਤੀ ਸੀ, ਉਹ ਤਾਂ ਗੱਲ ਨਹੀਂ ਬਣੀ, ਆਪਾਂ ਇੰਨੀ ਪਾ ਦਈਏ। ਜੇ ਕਿਸੇ ਕੋਲ ਜ਼ਮੀਨ ਨਾ ਵੀ ਹੋਵੇ ਨਾ ਜੀ, ਉਹਦੇ ਕੋਲੇ ਘਰ ਦੇ ਵਿੱਚ ਇੰਨਾ ਕੁ ਥਾਂ ਹੁੰਦਾ ਵੀ ਉਹ ਆਪਦੇ ਖਾਣ ਜੋਗੀ ਸਬਜ਼ੀ ਉਗਾ ਸਕਦਾ। ਪਰ ਇਹਦੇ 'ਚ ਤਾਂ ਆਪਾਂ ਸਿੱਧਾ ਇਹੀ ਕਹਿੰਦੇ ਵੀ ਇਹ ਹੱਡ ਹਰਾਮੀ ਕਹਿ ਸਕਦੇ ਹਾਂ ਪੰਜਾਬੀ। ਕਿੰਨੇ ਏਕੜ ਵਾਲੇ ਜਿਹੜਾ ਕਿਸਾਨ ਹੈ, ਜਿਵੇਂ ਮੰਨ ਲਓ 5 ਏਕੜ ਵਾਲਾ ਕਿਸਾਨ ਹੈ, ਉਹਨੂੰ ਕਿੱਡੇ ਕੁ ਹਾਰਸ ਪਾਵਰ, ਕਿੱਡੇ ਕੁ ਵੱਡੇ ਟਰੈਕਟਰ ਦੀ ਜ਼ਰੂਰਤ ਹੈ? ਜਿਹੜਾ 10 ਕਿੱਲਿਆਂ ਵਾਲਾ ਉਹਨੂੰ, ਕਿਉਂਕਿ ਰੀਸੋ ਰੀਸ ਸਾਡੇ ਪੰਜਾਬ 'ਚ ਇਹ ਚੱਲਦਾ ਹੈ। ਅੱਜ ਕੱਲ੍ਹ ਵੇਖੋ ਵੇਖ ਟਰੈਕਟਰ ਲੋਕ ਜ਼ਿਆਦਾ ਲੈ ਰਹੇ ਹੈਗੇ, ਕੰਮ ਉਹਨਾਂ ਲੈਂਦੇ ਨਹੀਂ ਟਰੈਕਟਰਾਂ ਤੋਂ। ਪਰ ਜੇ ਮੈਂ ਤੁਹਾਨੂੰ ਆਪਦੀ ਗੱਲ ਦੱਸਾਂ ਫਿਰ ਤੁਸੀਂ ਇਹ ਵੀ ਕਹੋਗੇ ਹਰ ਇੱਕ ਗੱਲ 'ਚ ਆਪਦੀ। ਪਰ ਇੱਕ ਉਦਾਹਰਨ ਹੈ ਜੀ, ਸਾਡੇ ਕੋਲ 1984 ਮਾਡਲ ਟਰੈਕਟਰ ਆ ਜਿਹਦੇ ਤੋਂ ਅਸੀਂ ਅੱਜ ਸਾਰਾ ਕੰਮ ਲੈਂਦੇ ਹਾਂ। ਕਿਸਾਨ ਇਹ ਗੱਲ ਦਾ ਤਾਂ ਰੌਲਾ ਪਾਉਂਦੇ ਕਿ ਜੀ ਆਮਦਨ ਖੇਤੀ ਦੇ ਵਿੱਚੋਂ ਆਮਦਨ ਕੁਛ ਨਹੀਂ, ਖੇਤੀ ਦੇ ਵਿੱਚੋਂ ਆਮਦਨ ਕੱਖ ਨਹੀਂ, ਪਰ ਠੇਕਾ ਹਰ ਸਾਲ ਵੱਧ ਜਾਂਦਾ। ਠੇਕਾ ਜਿਹੜਾ ਵਧਾਉਣ ਦੀ ਗੱਲ ਆ, ਇਹ ਠੇਕੇ ਤੇ ਜ਼ਮੀਨ ਦੇਣ ਵਾਲਾ ਨਹੀਂ ਵਧਾਉਂਦਾ, ਠੇਕੇ ਤੇ ਜ਼ਮੀਨ ਲੈਣ ਵਾਲਾ ਵਧਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ 1 ਸਾਲ ਤੋਂ, ਲਗਭਗ 1 ਸਾਲ ਤੋਂ 1 ਦਿਨ ਅੱਜ ਹੋ ਚੁੱਕਿਆ ਖੇਤੀ ਕਾਨੂੰਨਾਂ ਨੂੰ ਪਾਸ ਹੋਇਆਂ ਨੂੰ, ਜਿਸ ਦੇ ਚੱਲਦਿਆਂ ਬੜੇ ਵੱਡੇ ਪੱਧਰ ਦੇ ਉੱਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਆ। ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਨੂੰ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਇਹ ਸਭ ਕੁਝ ਹੋ ਰਿਹਾ ਹੈ ਕਿਸਾਨਾਂ ਦੇ ਉਹ 3 ਕਾਲੇ ਕਾਨੂੰਨ, ਜਿਨ੍ਹਾਂ ਦੇ ਵਿੱਚ ਕਿਸਾਨਾਂ ਨੂੰ ਡਰ ਹੈ ਕਿ ਸਾਡੀ ਜਿਹੜੀ MSP ਹੈ, ਸਾਡੀ ਜਿਹੜੀ ਕਣਕ ਝੋਨੇ ਦੀ ਫਸਲ ਹੈ, ਇਹਦੇ ਉੱਪਰ ਸਰਕਾਰ ਡਾਕਾ ਮਾਰਨ ਨੂੰ ਫਿਰਦੀ ਹੈ, ਸਾਡਾ ਮੰਡੀਕਰਨ ਸਿਸਟਮ ਤਬਾਹ ਕਰਨ ਨੂੰ ਫਿਰਦੀ ਹੈ, ਸਾਡੀ ਖੇਤੀ ਨੂੰ ਖਤਮ ਕਰਨ ਨੂੰ ਫਿਰਦੀ ਹੈ, ਅਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਨੂੰ ਫਿਰਦੀ ਹੈ। ਇਸ ਦੇ ਨਾਲ ਚੱਲਦਿਆਂ ਹੀ ਵਿੱਚੋਂ ਕਈ ਸਵਾਲ ਵੀ ਉੱਠਦੇ ਆ ਕਿ ਕਿਸਾਨਾਂ 'ਤੇ ਸਵਾਲ ਉਠਾਉਂਦੇ ਆ ਕੁਝ ਲੋਕ ਕਿ ਕਿਸਾਨ ਕਣਕ ਝੋਨੇ ਪਿੱਛੇ ਕਿਉਂ ਪਏ ਆ, ਹੋਰ ਫਸਲਾਂ ਕਿਉਂ ਨਹੀਂ ਬੀਜਦੇ। ਕਿਸਾਨੀ ਨਾਲ ਸੰਬੰਧਿਤ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਕਿਸਾਨ ਗੁਰਵਿੰਦਰ ਸਿੰਘ, ਜੋ ਕਿ ਅਗਾਂਹਵਧੂ ਕਿਸਾਨ ਹੈ, ਸਮੇਂ ਜਿਹੜੀਆਂ ਕਿ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਆ ਸਮੇਂ-ਸਮੇਂ ਦੇ ਉੱਤੇ ਰੇਹਾਂ ਸਪਰੇਹਾਂ ਅਤੇ ਹੋਰ MSP ਵਗੈਰਾ 'ਤੇ ਸਾਰੇ ਮੁੱਦੇ 'ਤੇ ਗੱਲਬਾਤ ਕਰਨੀ। ਸਵਾਗਤ ਹੈ ਗੁਰਵਿੰਦਰ ਸਿੰਘ ਜੀ ਤੁਹਾਡਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਗੁਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਹੈ ਮੇਰਾ ਫਸਲੀ ਵਿਭਿੰਨਤਾ 'ਤੇ। ਜਿਵੇਂ ਲੋਕ ਸਵਾਲ ਉਠਾਉਂਦੇ ਆ ਖੇਤੀਬਾੜੀ ਦੇ ਮੁੱਦੇ 'ਤੇ, ਕਿਸਾਨ ਧਰਨਾ ਦੇ ਰਹੇ, ਲੋਕ ਸਵਾਲ ਉਠਾਉਂਦੇ ਜੀ ਕਿਸਾਨ ਕਣਕ ਝੋਨਾ ਹੀ ਕਿਉਂ ਬੀਜਦੇ ਆ। ਇਹਦਾ ਇੱਕ ਕਾਰਨ ਹੈ ਜਿਹੜਾ ਉਹ ਕਿਸਾਨ ਦੱਸ ਦਿੰਦੇ ਆ ਕਿ ਸਾਨੂੰ MSP ਇਹਦੇ 'ਤੇ ਮਿਲਦੀ ਹੈ। ਇਸ ਤੋਂ ਬਿਨਾਂ ਹੋਰ ਕੀ ਕਾਰਨ ਹੈ ਜਿਹੜਾ ਕਿਸਾਨ ਇਹਨਾਂ ਦੋਨਾਂ ਫਸਲੀ ਚੱਕਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ? ਇਹਦਾ ਜੀ ਸਾਰਿਆਂ ਨਾਲੋਂ ਵੱਡਾ ਕਾਰਨ ਇੱਕ ਤਾਂ ਤੁਸੀਂ ਆਖ ਹੀ ਦਿੱਤਾ MSP, ਵੀ ਦੂਸਰੀਆਂ ਜਿਹੜੀਆਂ ਫਸਲਾਂ ਉਹਨਾਂ 'ਤੇ MSP ਕਿਸਾਨ ਨੂੰ ਪੱਕਾ ਨਹੀਂ ਮਿਲਦਾ। ਦੂਜਾ ਇਹਦਾ ਵੱਡਾ ਕਾਰਨ ਹੈਗਾ ਜੀ ਕਿਸਾਨਾਂ ਨੂੰ ਜਿਹੜੀਆਂ ਕਣਕ ਝੋਨੇ ਤੋਂ ਬਿਨਾਂ ਦੂਸਰੀਆਂ ਜਿਹੜੀਆਂ ਫਸਲਾਂ, ਉਹਨਾਂ ਫਸਲਾਂ ਨੂੰ ਉਗਾਉਣ ਵਾਸਤੇ, ਉਹਨਾਂ ਦੀ ਪੈਦਾਵਾਰ ਲੈਣ ਵਾਸਤੇ ਲੇਬਰ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ। ਲੇਬਰ ਕਿਸਾਨ ਨੂੰ ਮਿਲਦੀ ਨਹੀਂ। ਜੇ ਮੰਨ ਲਓ ਆਪਾਂ ਸਬਜ਼ੀ ਲਾ ਲਈਏ, ਸਬਜ਼ੀ ਦੇ ਵਿੱਚ ਇਹ ਆ ਵੀ ਸਬਜ਼ੀ ਵਾਸਤੇ ਸੁਬਾਹ ਸ਼ਾਮ ਲੇਬਰ ਚਾਹੀਦੀ ਹੁੰਦੀ ਆ। ਉਹਨਾਂ ਦੀ ਗੋਡੀ ਕਰਨੀ ਆ, ਉਹਨਾਂ ਨੂੰ ਤੋੜਨਾ ਜਾਂ ਉਹਨਾਂ ਦੇ ਪਾਸੇ ਲੱਦਣੇ, ਬਹੁਤ ਉਹਦੇ ਕੰਮ ਹੁੰਦੇ ਆ ਸਬਜ਼ੀ ਦੇ। ਜਾਂ ਜਿਵੇਂ ਉਦੋਂ ਆਪਣੇ ਨਰਮੇ ਦੀ ਖੇਤੀ ਕਰਦੇ ਸੀ ਪੰਜਾਬ ਦੇ ਵਿੱਚ ਕਿਸਾਨ, ਉਹਦੇ ਵਿੱਚ ਵੀ ਆਪਾਂ ਨੂੰ ਲੇਬਰ, ਉਹਨੂੰ ਗੁੱਡਣ ਵਾਸਤੇ ਵੀ ਲੇਬਰ ਚਾਹੀਦੀ ਸੀਗੀ। ਉਹਦੇ ਮੰਨ ਉਦੋਂ ਬਾਅਦ 'ਚ ਚੁਗਾਈ ਵਾਸਤੇ ਵੀ ਲੇਬਰ ਚਾਹੀਦੀ ਸੀ। ਜਿਹੜੇ ਆਪਣੇ ਪੰਜਾਬ ਦੇ ਕੁਛ ਏਰੀਏ ਜਾਂ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਜਿਨ੍ਹਾਂ ਏਰੀਆ 'ਚ ਨਰਮੇ ਦੀ ਖੇਤੀ ਹੁੰਦੀ ਸੀ, ਉਹਨਾਂ ਏਰੀਆ ਦੇ ਵਿੱਚ ਉਹਨਾਂ ਨੂੰ ਲੇਬਰ ਜਦੋਂ ਨਰਮਾ ਚੁਗਣਾ ਹੁੰਦਾ ਤਾਂ ਲੇਬਰ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਹੁਤ ਦੂਰੋਂ ਲੈ ਕੇ ਜਾਣੀ ਪੈਂਦੀ ਸੀ। ਉਹਨਾਂ ਦਾ ਸਾਰਾ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਪੈਂਦਾ ਸੀ। ਇਹ ਕਈ ਲੇਬਰ ਦੇ ਕਈ ਕਾਰਨ ਹੋਣ ਨਾ ਮਿਲਣ ਦੇ ਕਾਰਨ ਹੋਣ ਕਰਕੇ ਜਿਹੜੇ ਕਿਸਾਨ ਆ ਉਹ ਫਸਲੀ ਵਿਭਿੰਨਤਾ ਵੱਲ ਨਹੀਂ ਜਾਂਦੇ। ਕਣਕ ਝੋਨਾ ਉਹਨਾਂ ਨੂੰ ਸੌਖਾ ਲੱਗਦਾ, ਉਹ ਕਰ ਲੈਂਦੇ ਆ। ਇਹਦੇ ਤੋਂ ਇਲਾਵਾ ਜਿਹੜਾ ਦੂਸਰਾ ਕਾਰਨ ਹੈਗਾ ਜੀ, ਵੀ ਜਦੋਂ ਨਰਮੇ ਦੀ ਖੇਤੀ ਕਰਦੇ ਸੀਗੇ ਆਪਣੇ, ਪਹਿਲਾਂ ਤਾਂ ਨਰਮੇ ਦਾ ਨਕਲੀ ਬੀਜਾਂ ਦਾ ਬਹੁਤ ਰੌਲਾ ਪੈਂਦਾ ਰਿਹਾ ਵੀ ਬੀਜ ਨਕਲੀ ਆ ਗਏ, ਉਹ ਉਗਦੇ ਨਹੀਂ ਸੀ ਪ੍ਰੋਪਰ। ਉਸ ਤੋਂ ਬਾਅਦ ਦੇ ਵਿੱਚ ਜੋ ਨਰਮੇ 'ਤੇ ਚਿੱਟੇ ਮੱਛਰ ਦਾ ਹਮਲਾ ਹੋਇਆ, ਉਹ ਸਰਕਾਰ ਦੇ ਨਾਲ ਰਲੀ ਮਿਲੀ ਭੁਗਤ ਹੋਣ ਕਰਕੇ ਜਿਹੜੀਆਂ ਦਵਾਈਆਂ ਉਹ ਨਕਲੀ ਆਉਣ ਕਰਕੇ ਵੀ ਚਿੱਟੇ ਮੱਛਰ ਨਾਲ ਸਾਰੀ ਫਸਲ ਤਬਾਹ ਹੋ ਜਾਂਦੀ ਸੀ। ਤਾਂ ਕਰਕੇ ਵੀ ਜਿਹੜੀ ਬੈਲਟ ਦੇ ਵਿੱਚ ਨਰਮਾ ਲੱਗਦਾ ਸੀ ਉਹ ਵੀ ਬੈਲਟ ਨਰਮੇ ਨੂੰ ਛੱਡ ਕੇ ਕਣਕ ਝੋਨੇ ਵਾਲੇ ਪਾਸੇ ਆ ਗਈ।
ਇਹ ਦੋ ਵੱਡੇ ਕਾਰਨ ਆ ਜੀ। ਇੱਕ ਜਿਹੜਾ ਤੁਸੀਂ ਆਪਣਾ ਤੀਸਰਾ ਕਾਰਨ ਐਮਐਸਪੀ ਵਾਲਾ ਤੁਸੀਂ ਆਖਿਆ ਵੀ ਜਿਹੜੀ ਫਸਲ ਤੇ ਆਪਾਂ ਨੂੰ ਐਮਐਸਪੀ ਹੈ ਹੀ ਨਹੀਂ, ਜਿਹਦਾ ਆਪਾਂ ਨੂੰ ਖਰੀਦ ਮੁੱਲ ਪੱਕਾ ਪਤਾ ਹੀ ਨਹੀਂ ਵੀ ਇਹਦੇ ਤੇ ਕਿੰਨਾ ਆਪਾਂ ਨੂੰ ਇਹਦਾ ਕਿੰਨਾ ਮੁੱਲ ਮਿਲਣਾਗਾ, ਤੇ ਤਾਂ ਕਰਕੇ ਕਿਸਾਨ ਉਹ ਫਸਲਾਂ ਨੂੰ ਬੀਜਣ ਤੋਂ ਗਰੇਜ ਕਰਦੇ ਆ। ਜਿਵੇਂ ਕਿ ਮੱਕੀ ਦੀ ਫਸਲ, ਮੱਕੀ ਦੀ ਫਸਲ ਆਪਾਂ ਇੱਕ ਵਾਹਨ ਦੇ ਵਿੱਚੋਂ ਇੱਕ ਸਾਲ ਦੇ ਵਿੱਚ 3 ਵਾਰੀ ਲੈ ਸਕਦੇ, ਪਰ ਮੱਕੀ ਦਾ ਜਿਹੜਾ ਰੇਟ ਆ ਉਹ ਪਿਛਲੇ ਸਾਲ ਵੀ 850-900 ਰੁਪਈਆ ਸੀ ਤੇ ਐਤਕੀ ਵੀ 850-900 ਰੁਪਈਆ। ਉਹ 850-900 ਰੁਪਏ ਦੇ ਨਾਲ ਤਾਂ ਉਸ ਕਿਸਾਨ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਮੱਕੀ ਨੂੰ ਪੂਰਾ ਕਰਨ ਦਾ। ਉਹ ਮੱਕੀ ਕਿੱਥੋਂ ਬੀਜ ਲੂਗਾ? ਮੱਕੀ ਦੀ ਫਸਲ ਬਹੁਤ ਵਧੀਆ, ਸਗੋਂ ਕਿ ਐਗਰੀਕਲਚਰ ਡਿਪਾਰਟਮੈਂਟ ਆ ਉਹ ਮੱਕੀ ਬੀਜਣ ਵਾਸਤੇ ਹਰ ਸਾਲ ਸਬਸਿਡੀ ਵੀ ਦਿੰਦਾ, ਪਰ ਸਬਸਿਡੀ ਸਿਰਫ ਬੀਜ ਤੇ ਆਉਂਦੀ ਹੈ ਪਰ ਉਹਦਾ ਮੁੱਲ ਨਹੀਂ ਨਾ ਮਿਲਦਾ ਉਦੋਂ ਬਾਅਦ 'ਚ। ਫਿਰ ਉਹ ਕਿਸਾਨ ਕਿਵੇਂ ਉਹਨੂੰ ਕਰੇ? ਜੇ ਮੰਨ ਲਓ ਮੱਕੀ ਬੀਜੇ ਕਿਸਾਨ, ਨਾਲੇ ਤਾਂ ਉਹਦਾ ਪਸ਼ੂਆਂ ਵਾਸਤੇ ਅਚਾਰ ਪਵੇ ਮੱਕੀ ਦਾ, ਅਚਾਰ ਪੈਣ ਜਿਹੜਾ ਅਚਾਰ ਮੱਕੀ ਦਾ ਪਾਉਂਦੇ ਅਸੀਂ ਖੁਦ ਪਾਉਂਦੇ 2 ਸਾਲ ਹੋ ਗਏ, ਤੀਸਰਾ ਸਾਲ ਐਤਕੀ ਵੀ ਮੱਕੀ ਬੀਜੀ ਹੋਈ ਹੈ। ਉਹ ਅਚਾਰ ਦੇ ਨਾਲ ਪਸ਼ੂਆਂ ਦਾ ਜਿਹੜਾ ਦੁੱਧ ਆ, ਦੁੱਧ ਵੱਧਦਾ ਵੀ ਹੈ ਤੇ ਦੁੱਧ ਦੀ ਕੁਆਲਿਟੀ ਵੀ ਬਹੁਤ ਬੈਟਰ ਬਣਦੀ। ਠੀਕ ਹੈ, ਬਹੁਤ ਵਧੀਆ, ਗਾਵਾਂ ਵਾਲਾ ਦੁੱਧ ਮੱਝਾਂ ਦੇ ਦੁੱਧ ਦੇ ਬਰਾਬਰ। ਠੀਕ ਹੈ। ਜੇ ਸਾਰੇ ਕਿਸਾਨ ਥੋੜ੍ਹੇ ਥੋੜ੍ਹੇ ਰਕਬੇ ਦੇ ਵਿੱਚ ਉਹ ਫਸਲ ਬੀਜਣ, ਚਲੋ ਚਾਹੇ ਮੁੱਲ ਹੈ ਨਹੀਂਗਾ, ਆਪਦੇ ਵਾਸਤੇ ਬੀਜ ਲੈਣ, ਉਹਦਾ ਬਹੁਤ ਪ੍ਰੋਫਿਟ ਆ। ਪਰ ਮੱਕੀ ਦੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਉਹਨਾਂ ਨੂੰ ਮੱਕੀ ਨੂੰ ਕਾਣ ਪੈਣ ਤੋਂ ਵੀ ਬਚਾਉਣਾਗਾ, ਪ੍ਰੋਪਰ ਉਹਨੂੰ ਪਾਣੀ ਪਿਲਾਉਣੇ ਆ, ਪਾਣੀ ਬੈੱਡ ਤੇ ਨਹੀਂ ਚੜ੍ਹਨ ਦੇਣਾ। ਪਰ ਇਹ ਗੱਲ ਵੀ ਲੋਕ ਕਰਕੇ ਨਹੀਂ ਖੁਸ਼, ਕਿਤੇ ਇਹ ਲੇਬਰ ਦਾ ਵੀ ਕਾਰਨ ਆ, ਕਿਤੇ ਕਿਸਾਨ ਆਪ ਵੀ ਨਹੀਂ ਕਰਕੇ ਖੁਸ਼। ਪਰ ਜੇ ਇਹ ਕਰਨ ਤਾਂ ਇਹ ਕਿਸਾਨਾਂ ਲਈ ਬਹੁਤ ਵਧੀਆ ਗੱਲ ਆ। ਇਹ ਵਧੀਆ ਗੱਲ। ਹਾਂਜੀ, ਇੱਕ ਝੋਨੇ ਤੇ ਚੱਲਦਾ, ਹੁਣ ਝੋਨੇ ਦਾ ਸੀਜ਼ਨ ਹੈ, ਝੋਨਾ ਲੱਗਣਾ ਹੈ। ਝੋਨੇ ਤੇ ਕਹਿੰਦੇ ਆ ਕਿ ਸਿੱਧੀ ਬਿਜਾਈ ਕਿਸਾਨ ਕਰਨ ਤੋਂ ਗੁਰੇਜ਼ ਕਰਦੇ ਆ। ਉਹਦੇ ਕੀ ਕਾਰਨ ਹੈ? ਸਿੱਧੀ ਬਿਜਾਈ ਦੇ ਫਾਇਦੇ ਕੀ ਹੈ, ਪਰ ਕਿਸਾਨ ਉਹਨੂੰ ਅਪਣਾਉਣ ਤੋਂ ਕਿਉਂ ਪਾਸੇ ਜਿਹੜੇ ਜਾਂਦੇ ਆ? ਕਿਉਂਕਿ ਲੇਬਰ ਬੜੀ ਔਖੀ ਮਿਲਦੀ ਹੈ, ਕਰੋਨਾ ਦੇ ਚੱਲਦਿਆਂ ਆ ਵੀ ਨਹੀਂ ਰਹੀ, ਉਹ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ, ਪਰ ਫਿਰ ਵੀ ਸਿੱਧੀ ਬਿਜਾਈ ਕਿਉਂ ਨਹੀਂ ਕਰਦੇ? ਸਿੱਧੀ ਬਿਜਾਈ ਜੇ ਕਿਸਾਨ ਕਰਨ ਤਾਂ ਉਹਦੇ ਨਾਲ ਸਾਰਿਆਂ ਨਾਲੋਂ ਪਹਿਲਾ ਜਿਹੜਾ ਪੁਆਇੰਟ ਆ, ਮੈਂ ਜ਼ਿਆਦਾ ਨਹੀਂ ਕਹਿੰਦਾ, ਪਰ ਜਿੰਨਾ ਕੁ ਅਸੀਂ 2010 ਤੋਂ ਸਿੱਧੀ ਬਿਜਾਈ ਕਰਦੇ ਆਏ ਹਾਂ, ਵਿੱਚ ਦੀ ਕੁਝ ਕੁ ਸਮਾਂ ਕਰਨੋਂ ਹਟ ਗਏ ਸੀਗੇ, ਪਰ ਪਿਛਲੇ ਸਾਲ ਕੋਵਿਡ ਕਰਕੇ ਲੇਬਰ ਦੀ ਭਈਏ ਆਏ ਨਹੀਂ, ਤਾਂ ਕਰਕੇ ਪਿਛਲੇ ਸਾਲ ਤੋਂ ਫਿਰ ਅਸੀਂ ਸਟਾਰਟ ਕਰਤੀ। ਸਿੱਧੀ ਬਿਜਾਈ ਦੇ ਨਾਲ ਪਹਿਲਾ ਜਿਹੜਾ ਹੈ ਪਾਣੀ ਦੀ 20% ਪਾਣੀ ਦੀ ਸੇਵਿੰਗ ਹੁੰਦੀ ਹੈ। ਠੀਕ ਹੈ। 80% ਪਾਣੀ ਨਾਲ ਸਰ ਜਾਂਦਾ। ਨੰਬਰ 2, ਜਿੰਨੀਆਂ ਉਹਨੂੰ ਇਰੀਗੇਸ਼ਨ ਹੋਣੀ ਆ, ਸਿੰਚਾਈ ਉਹਦੀ ਜਿੰਨੀ ਹੋਣੀ ਆ, ਉਹਦੇ ਜਿੰਨਾ ਜਿਹੜਾ ਤਾਂ ਆਪਾਂ ਸਿੱਧੀ ਬਿਜਾਈ ਦੇ ਵਿੱਚ ਕਰਾਂਗੇ ਉਹ ਸਾਰਾ ਜ਼ਮੀਨ ਦੇ ਵਿੱਚ ਜਾਊਗਾ ਜੀ ਪਾਣੀ। ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਂਦੇ ਆ, ਉਹਦਾ ਜਿਹੜਾ ਜਿੰਨਾ ਪਾਣੀ ਆਪਾਂ ਉਹਨੂੰ ਭਰ ਕੇ ਰੱਖਦੇ ਆ, ਉਹ ਸਾਰਾ ਪਾਣੀ ਵਾਸ਼ਪੀਕਰਨ ਨਾਲ ਉੱਪਰ ਜਾਊਗਾ। ਵੀ ਸਿੱਧੀ ਬਿਜਾਈ ਕਰਦੇ ਆ, ਉਹ ਪਾਣੀ ਚਾਹੇ ਉਹਦੇ ਜਿੰਨਾ ਹੀ ਲੱਗ ਜੇ ਦੂਸਰੇ ਝੋਨੇ ਜਿੰਨਾ, ਪਰ ਉਹ ਧਰਤੀ 'ਚ ਤਾਂ ਕੁਝ % ਜਾਊਗਾ ਨਾ। ਤਾਂ ਕਰਕੇ ਮੈਂ ਮੰਨਦਾ 20% ਪਾਣੀ ਦੀ ਸੇਵਿੰਗ ਹੈ ਉਹਦੇ ਨਾਲ। ਇੱਕ ਇਹ ਹੈ ਵੀ ਕਿਸਾਨ ਨੂੰ ਜਿਹੜਾ ਹੈ 3000 ਰੁਪਇਆ ਤਕਰੀਬਨ ਕਿੱਲੇ ਦੀ ਲਵਾਈ ਆ, ਉਹ ਬਚਦੀ ਹੈ ਜੀ। ਰੇਹਾਂ ਸਪਰੇਆਂ ਕੋਈ ਉਹਦਾ ਵੱਖਰਾ ਫਰਕ ਨਹੀਂ ਜੀ, ਕੁਛ ਵੀ ਉਹਦਾ ਵੱਖਰਾ ਉਹਦੇ ਤੇ ਕੁਛ ਨਹੀਂ, ਸਿਰਫ ਇੱਕ ਕੱਖਾਂ ਵਾਲੀ ਸਪਰੇਅ ਵੱਧ ਕਰਨੀ ਪੈਣੀ ਹੈ, ਨਦੀਨਾਂ ਵਾਲੀ, ਸਿਰਫ ਉਹਦਾ ਇੱਕ ਖਰਚਾ ਜੀ। ਉਹ ਤਾਂ ਕਈ ਵਾਰੀ ਦੂਸਰੇ ਵਾਹਨ 'ਚ ਵੀ ਕਰਨੀ ਪੈਂਦੀ ਹੈ, ਕੱਦੂ ਕਰਕੇ ਜਿਹੜਾ ਲਾਉਂਦੇ ਆ ਉਹਦੇ ਵਾਸਤੇ ਵੀ ਕਰਨੀ ਪੈਂਦੀ ਹੈ। ਪਰ ਕਿਸਾਨ ਗੁਰੇਜ਼ ਕਿਉਂ ਕਰਦੇ ਆ? ਇੱਕ ਤਾਂ ਕਿਸਾਨ ਇਹ ਸਮਝਦੇ ਆ ਜੀ ਦੂਸਰੇ ਝੋਨੇ ਨਾਲੋਂ ਮਹੀਨਾ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ। ਕਿੱਥੇ ਤਾਂ ਸਿਰਫ ਆਪਾਂ ਪਨੀਰੀ ਤਿਆਰ ਕਰਨੀ ਹੈ ਜੀ, ਕਨਾਲ 2 ਕਨਾਲ 'ਚ, ਕਿੱਥੇ ਉਹਨਾਂ ਨੂੰ ਜੇ ਸਾਰਾ ਰਕਬਾ ਬੀਜਦੇ ਆ ਤਾਂ ਉਹਨਾਂ ਦਾ 1 ਮਹੀਨਾ ਕੰਮ ਪਹਿਲਾਂ ਸਟਾਰਟ ਹੋ ਜਾਂਦਾ, ਉਹਨਾਂ ਨੂੰ ਲੇਬਰ ਪਹਿਲਾਂ ਤੋਂ ਪੈਣ ਲੱਗ ਜਾਂਦੀ ਹੈ। ਪਰ ਇੱਕ ਇਹਦਾ ਕਾਰਨ ਇਹ ਵੀ ਹੈਗਾ, ਸਿੱਧੀ ਬਿਜਾਈ ਲੋਕ ਨਹੀਂ ਕਰਦੇ, ਵੀ ਇਹ ਸਾਰੇ ਵਾਹਣਾਂ ਦੇ ਵਿੱਚ ਸਿੱਧੀ ਬਿਜਾਈ ਕਾਮਯਾਬ ਨਹੀਂ ਹੁੰਦੀ। ਮੈਂ ਕਿਸਾਨ ਵੀਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਜੋ ਵਾਹਣ ਵਧੀਆ, ਜਿਹੜੇ ਪੂਰੇ ਉਪਜਾਊ ਵਾਹਣ, ਉਹਨਾਂ ਵਿੱਚ ਹੀ ਸਿੱਧੀ ਬਿਜਾਈ ਕਾਮਯਾਬ ਆ। ਦੂਜੇ ਵਾਹਣਾਂ ਦੇ ਵਿੱਚ ਕੀ ਹੁੰਦਾ ਕਿ ਜ਼ਿੰਕ ਲੋਹੇ ਦੀ ਕਮੀ ਆ ਜਾਂਦੀ ਆ, ਉਹਦੇ ਨਾਲ ਫਸਲ ਪ੍ਰੋਪਰ ਨਹੀਂ ਹੁੰਦੀ, ਫਿਰ ਕਿਸਾਨ ਅੱਕ ਕੇ ਉਹਨੂੰ ਖੇਤ ਨੂੰ ਵਾਹ ਦਿੰਦਾ ਗਾ, ਵਾਹ ਕੇ ਕੱਦੂ ਕਰਕੇ ਲਾ ਦਿੰਦਾ ਗਾ। ਪਰ ਜਿਹੜੇ ਵਾਹਣ ਵਧੀਆ ਉੱਥੇ ਸਿੱਧੀ ਬਿਜਾਈ ਕਰਨ, ਇਹਦਾ ਫਾਇਦਾ ਹੈਗਾ ਜੀ। ਬਾਕੀ ਇਹਦੇ ਵਿੱਚ ਆਪਾਂ ਰੇਹ ਸਪਰੇਅ ਖੁਦ ਜਦੋਂ ਆਪਾਂ ਉਹਨੂੰ ਉਹਦਾ ਛਿੱਟਾ ਦਿੰਦੇ ਆ, ਉਹ ਵੀ ਸੌਖਾ, ਤੁਰਨਾ ਬਹੁਤ ਸੌਖਾ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ। ਇਹ 2-3 ਕਾਰਨ ਹੈਗੇ, ਜੇ ਕਿਸਾਨ ਕਰ ਲੈਣ ਉਹਨਾਂ ਵਾਹਣਾਂ ਦੇ ਵਿੱਚ ਜਿੰਨਾ ਵਾਹਣਾਂ 'ਚ ਵਧੀਆ ਹੁੰਦਾ ਝੋਨਾ, ਤਾਂ ਇਹ ਵਧੀਆ ਗੱਲ ਹੈ ਜੀ। ਤੁਸੀਂ ਰੇਹ ਸਪਰੇਅ ਦੀ ਗੱਲ ਕੀਤੀ, ਰੇਹਾਂ ਸਪਰੇਹਾਂ ਤੇ ਵੀ ਅਸੀਂ ਆਵਾਂਗੇ। ਰੇਹ ਸਪਰੇਅ ਦੀ ਜਿਹੜੀ ਅਸੀਂ ਕਹਿ ਲਈਏ ਕਿ ਖੇਤਾਂ ਵਿੱਚ ਹੁਣ ਪਾਉਣ ਦੀ, ਉਹ ਮਾਤਰਾ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ। ਜੇ ਅਸੀਂ ਦੇਖਦੇ ਹਾਂ ਕਿ ਜੇ ਉੱਪਰ ਜਿਹੜੀ ਸੀਸੀ ਹੁੰਦੀ ਹੈ ਦਵਾਈ ਵਾਲੀ, ਕੋਈ ਕੇਨ ਹੁੰਦਾ ਹੈ, ਉਹਦੇ ਉੱਪਰ ਲਿਖਿਆ ਹੁੰਦਾ ਇੰਨਾ, ਤਾਂ ਤਕਰੀਬਨ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿਸਾਨ ਉਦੋਂ ਡਬਲ ਹੀ ਕਰ ਦਿੰਦੇ ਆ ਅਤੇ ਟ੍ਰਿਪਲ ਵੀ ਕਰ ਦਿੰਦੇ। ਇਹਦਾ ਕੀ ਕਾਰਨ ਹੈ? ਕਿਉਂ ਮਤਲਬ ਕਿਸਾਨ ਇੰਨੀ ਰੇਹ ਸਪਰੇਅ ਦੇ ਉੱਪਰ ਡਿਪੈਂਡ ਹੋ ਗਿਆ ਕਿ ਜਿੰਨਾ ਉਹਨਾਂ ਨੂੰ ਦੱਸਿਆ ਜਾਂਦਾ ਉਸ ਤੋਂ ਵੀ ਅੱਗੇ ਵੱਧ ਜਾਂਦੇ ਆ? ਜੇ ਤਾਂ ਆਪਾਂ ਰੇਹਾਂ ਦੀ ਗੱਲ ਕਰੀਏ ਜੀ, ਖਾਦਾਂ ਦੀ ਗੱਲ ਇਹ ਹੈ ਜੀ ਵੀ ਜਿਹੜਾ ਪੰਜਾਬ ਦਾ ਹਾਲ ਆ, ਵੀ ਪੰਜਾਬ ਦੇ ਵਿੱਚ ਇਹ ਹੈ ਵੀ ਜ਼ਿਆਦਾਤਰ ਲੋਕ ਜੋ ਠੇਕੇ 'ਤੇ ਲੈ ਕੇ ਵਾਹਣ ਵਾਹੁੰਦੇ ਆ, ਉਹਨਾਂ ਦੀ ਮਜਬੂਰੀ ਹੁੰਦੀ ਆ ਵੀ ਉਹਨਾਂ ਨੂੰ ਝਾੜ ਵੱਧ ਤੋਂ ਵੱਧ ਮਿਲੇ। ਉਹ ਕੀ ਆ ਵੀ ਉਹਨਾਂ ਨੂੰ ਇਹ ਹੁੰਦਾ ਯਾਰ ਵੀ ਅਸੀਂ, ਉਹਦੇ ਮਨ 'ਚ ਵਹਿਮ ਹੁੰਦਾ ਵੀ ਖਣੀ ਰੇਹ ਵੱਧ ਪਾ ਕੇ ਝਾੜ ਵੱਧ ਲਿਆ ਜਾ ਸਕਦਾ। ਉਹ ਜੇ ਮੰਨ ਲਓ ਝੋਨੇ ਦੇ ਉੱਤੇ ਆਪਾਂ ਨੂੰ 110 ਕਿਲੋ ਯੂਰੀਆ ਰਿਕਮੈਂਡੇਸ਼ਨ ਆ, ਤਾਂ ਉਹ 200-250 ਕਿਲੋ
ਪਾ ਦਿੰਦੇ ਆ। ਪਰ ਜਦੋਂ ਯੂਰੀਆ ਇਹ ਜੀ ਚੀਜ਼ ਹੈ, ਜਦੋਂ ਨਾਈਟ੍ਰੋਜਨ ਉਹਨੂੰ ਮਿਲਦੀ ਹੈ ਨਾ ਜੀ, ਬੂਟੇ ਨੂੰ ਬੂਟਾ ਕਾਲਾ ਹੁੰਦਾ, ਉਹਨੂੰ ਬਿਮਾਰੀ ਵੀ ਵੱਧ ਲੱਗਦੀ ਹੈ। ਇਹ ਗੱਲ ਨਹੀਂ ਸੋਚਦੇ, ਪਰ ਜਦੋਂ ਕੇਰਾਂ ਕਾਲਾ ਹੋ ਜਾਂਦਾ ਉਹ ਜ਼ਿਮੀਂਦਾਰ ਨੂੰ ਲੱਗਦਾ ਯਾਰ ਵੀ ਮੇਰੀ ਫਸਲ ਬਹੁਤ ਵਧੀਆ ਬਣ ਗਈ। ਯੂਰੀਆ ਜ਼ਿਆਦਾ ਕਿਸਾਨ ਤਾਂ ਪਾ ਦਿੰਦੇ ਜੀ, ਜਿਵੇਂ ਡੀਏਪੀ ਆ, ਡੀਏਪੀ ਦੀ ਝੋਨੇ ਨੂੰ ਕੋਈ ਜ਼ਿਆਦਾ ਜ਼ਰੂਰਤ ਹੀ ਨਹੀਂ ਹੁੰਦੀ ਜੀ, ਉਹ ਵੀ ਲੋਕ ਨਜਾਇਜ਼ ਹੀ ਪਾ ਰਹੇ ਆ ਜੀ। ਅਸੀਂ ਬਹੁਤ ਕਹਿੰਦੇ ਆ ਵੀ ਜੇ ਮੰਨ ਲਓ ਕੋਈ ਵਾਹਣ ਆਪਣਾ ਮਾੜਾ, ਜਿੱਥੇ ਆਪਾਂ ਨੂੰ ਲੱਗਦਾ ਵੀ ਫਾਸਫੋਰਸ ਦੀ ਲੋੜ ਆ ਉਹਨੂੰ, ਪਹਿਲੀ ਗੱਲ ਤਾਂ ਇਹ ਹੈ ਜੀ ਵੀ ਵਾਹਣ ਉਹਦੀ ਖੇਤ ਦੀ ਮਿੱਟੀ ਨੂੰ ਪੂਰਾ ਟੈਸਟ ਕਰਾਓ, ਜਿਹੜੇ ਤੱਤ ਦੀ ਕਮੀ ਆ ਫਸਲ ਦੇ ਅਕੋਰਡਿੰਗ, ਉਹ ਤੱਤ ਦੀ ਲੋੜ ਆ ਤਾਂ ਉਹ ਤੱਤ ਪਾਓ, ਫਸਲ ਨੂੰ ਦਿਓ। ਉਹ ਵੀ ਨਜਾਇਜ਼ ਆਪਣੇ ਲੋਕ ਵਰਤੋਂ ਕਰ ਰਹੇ ਆ ਜੀ। ਤੇ ਜੇ ਗੱਲ ਆਪਾਂ ਕਰੀਏ ਸਪਰੇਹਾਂ ਦੀ ਜੀ, ਸਪਰੇਹਾਂ ਦਾ ਹਾਲ ਇਹ ਆ ਜੀ, ਇਹਦੇ ਵਿੱਚ ਮੇਰੇ ਵਰਗੇ ਭਰਾ ਹੀ ਦੋਸ਼ੀ ਹੈ ਜੀ। ਮੈਂ ਖੁਦ ਇੱਕ ਪੈਸਟੀਸਾਈਡ ਦੀ ਦੁਕਾਨ ਦਾ ਕੰਮ ਕਰਦਾ, ਪਰ ਉਹਦੇ 'ਚ ਕੀ ਹੁੰਦਾ ਜੀ, ਕੰਪਨੀ ਸਾਨੂੰ ਕਹਿੰਦੀ ਹੈ ਜੀ ਇਹ ਲੀਟਰ ਤੁਸੀਂ 500 ਲੀਟਰ ਵੇਚ ਦਿਓ ਤੇ ਤੁਹਾਨੂੰ ਫਲਾਣੇ ਥਾਂ ਦਾ ਟੂਰ ਦੇ ਦਿੰਦੇ ਆ, ਸਿੰਗਾਪੁਰ ਜਾਇਓ। ਉਹ ਫਿਰ ਮੇਰੇ ਵਰਗਾ ਜਿਹੜਾ ਦੁਕਾਨਦਾਰ ਹੁੰਦਾ ਉਹਨੂੰ ਇਹ ਹੁੰਦਾ ਵੀ ਇਹ 500 ਲੀਟਰ ਵਿਕੇ ਤਾਂ ਮੈਂ ਸਿੰਗਾਪੁਰ ਘੁੰਮ ਕੇ ਆਵਾਂ। ਉਹ ਕੀ ਕਰਦਾ ਜੀ, ਮੰਨ ਲਓ ਉਹਨੂੰ ਇਹ ਲੱਗਦਾ ਵੀ ਜਿੰਨੇ ਮੇਰੇ ਕੋਲ ਕਿਸਾਨ ਆ ਉੱਥੇ 500 ਵਿਕਣਾ ਨਹੀਂ, ਉਹ ਉਹਦੀ ਜਿਹੜੀ ਡੋਜ਼ ਆ ਉਹ ਥੋੜ੍ਹੀ ਜਿਹੀ ਵਧਾ ਦਿੰਦਾ। ਉਦੋਂ ਬਾਅਦ 'ਚ ਕਿਸਾਨ ਘਰੇ ਲੈ ਜਾਂਦਾ ਗਾ, ਉਹ ਕੀ ਕਰਦਾ, ਉਹ ਕਹਿੰਦਾ ਵੀ ਕੰਮ, ਉਹ ਕਹਿੰਦਾ ਯਾਰ ਵੀ ਸੇਠ ਨੇ ਇੰਨੀ ਦੱਸਿਆ, ਇਹਨੇ ਨਾਲ ਗੱਲ ਨਹੀਂ ਬਣਨੀ, ਥੋੜ੍ਹੀ ਜਿਹੀ ਉਹ ਸੀਰੀ ਨੂੰ ਕਹਿੰਦਾ ਯਾਰ ਜੇ ਸੇਠ ਨੇ 125 ml ਕਿਹਾ ਕਿੱਲੇ ਦੀ ਤਾਂ 150 ਕਰ ਦਿੰਦਾ ਜੀ। ਸੀਰੀ ਕਹਿੰਦਾ ਵੀ ਬਾਈ ਨੇ ਤਾਂ 150 ਕਿਹਾ, ਗੱਲ ਨਹੀਂ ਬਣਨੀ, ਉਹ ਜਾਂਦਾ ਜਾਂਦਾ 200 ਕਰ ਦਿੰਦਾ, 100 ਵਾਲੀ ਚੀਜ਼ 200 'ਚ ਐਂ ਪਹੁੰਚ ਜਾਂਦੀ। ਇੱਕ ਕਾਰਨ ਇਹ ਆ, ਦੂਜਾ ਕਾਰਨ ਕਿਸਾਨਾਂ 'ਚ ਜਾਗਰੂਕਤਾ ਦੀ ਕਮੀ ਆ। ਠੀਕ ਹੈ, ਅੱਜ ਸਾਰੇ ਕਿਸਾਨਾਂ ਨੂੰ ਜਾਗਰੂਕ ਹੋਣਾ ਪਊ, ਮੇਰੇ ਵਰਗੇ ਦੁਕਾਨਦਾਰਾਂ ਤੇ ਨਾ ਰਹੋ। ਠੀਕ ਹੈ, ਸਾਨੂੰ ਹਰ ਇੱਕ ਨੂੰ ਆਪਦਾ ਲਾਲਚ। ਪਰ ਮੈਂ ਤਾਂ ਵੈਸੇ ਇਹ ਗੱਲ ਮੰਨਦਾ ਹੁੰਦਾ ਵੀ ਮੈਂ ਬਹੁਤ ਕੋਸ਼ਿਸ਼ ਕਰਦਾ ਹੁੰਦਾ, ਜਿਹੜੀ ਚੀਜ਼ ਦੀ ਨੁਕਸਾਨ ਆ, ਜਿਵੇਂ ਧਰਤੀ 'ਚ ਘੁਲਣ ਵਾਲੇ ਜ਼ਹਿਰ ਆ, ਪਦਾਨ ਆ, ਪਦਾਨ ਲੋਕ ਬਹੁਤ ਲੰਮੇ ਚਿਰ ਤੋਂ ਪਾ ਰਹੇ ਆ, ਪਰ ਉਹ ਪਾਣੀ 'ਚ ਘੁਲਦੀ ਹੈ, ਧਰਤੀ 'ਚ ਜਾਂਦੀ, ਉਹਦਾ ਬਹੁਤ ਜ਼ਿਆਦਾ ਨੁਕਸਾਨ ਆ। ਵੈਸੇ ਤਾਂ ਹੁਣ ਖੇਤੀਬਾੜੀ ਮਹਿਕਮਾ ਵੀ ਬਹੁਤ ਚੀਜ਼ਾਂ ਉਹਨਾਂ ਨੇ ਬੈਨ ਕਰਤੀਆਂ, ਉਹ ਵਧੀਆ ਗੱਲ ਆ ਉਹਨਾਂ ਦੀ, ਜਿਹੜੀਆਂ ਉਹਨਾਂ ਨੇ ਬੈਨ ਕਰਤੀਆਂ, ਜਿਹੜੇ ਪ੍ਰੋਡਕਟ ਬੈਨ ਕਰਤੇ ਆ ਉਹਨਾਂ ਦਾ ਨੁਕਸਾਨ ਸੀ, ਆਪਣੇ ਮਨੁੱਖੀ ਜੀਵਨ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਸੀ ਉਹਨਾਂ ਦਾ। ਉਹ ਫਸਲਾਂ ਦੇ ਵਿੱਚ ਉਹਨਾਂ ਦੇ ਤੱਤ ਆਉਂਦੇ ਸੀ। ਉਹ ਚੀਜ਼ਾਂ ਕਿਸਾਨ ਆਪ ਨੂੰ ਜਾਗਰੂਕ ਹੋਣਾ ਪਊ, ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ, ਉਹਨਾਂ ਚੀਜ਼ਾਂ ਦੀ ਵਰਤੋਂ ਘਟਾਉਣ, ਜਾਂ ਜਿਹੜੀਆਂ ਆਪਾਂ ਜਿੰਨਾ ਪੈਸਟੀਸਾਈਡ ਛਿੜਕਦੇ ਆ ਉਹਦੀ ਰਿਕਮੈਂਡਡ ਡੋਜ਼ ਪਾਉਣ। ਤੇ ਉਹ ਵਧੀਆ ਗ੍ਰੀਨ ਟ੍ਰਾਇੰਗਲ ਵਾਲੀਆਂ ਸਪਰੇਆਂ ਬਹੁਤ ਆਉਂਦੀਆਂ ਜੀ, ਕੋਰਾਜਨ ਆਉਂਦੀ ਹੈ ਸਬਜ਼ੀ ਵਾਸਤੇ, ਕਣਕ ਝੋਨੇ ਵਾਸਤੇ, ਕਿਸੇ ਚੀਜ਼ ਤੇ ਮਰਜ਼ੀ ਛਿੜਕੋ, ਉਹਦਾ ਕੋਈ ਨੁਕਸਾਨ ਨਹੀਂ, ਕੋਈ ਸਾਈਡ ਇਫੈਕਟ ਨਹੀਂ। ਬਹੁਤ ਆਰਗੈਨਿਕ ਚੀਜ਼ਾਂ ਵੀ ਆਉਂਦੀਆਂ ਨੇ, ਪਰ ਉਹ ਆਰਗੈਨਿਕ ਚੀਜ਼ਾਂ ਜਿਹੜੀਆਂ ਜੀ ਉਹ ਰਿਜ਼ਲਟ ਦਿੰਦੀਆਂ ਰੁਕ ਕੇ, ਪਰ ਕਿਸਾਨ ਨੂੰ ਫਟਾਫਟ ਰਿਜ਼ਲਟ ਚਾਹੀਦਾ, ਤੁਰੰਤ ਰਿਜ਼ਲਟ ਭਾਲਦੇ ਆ, ਤਾਂ ਕਰਕੇ ਉਹਦੀ ਡੋਜ਼ ਵੀ ਵਧਾ ਦਿੰਦੇ ਆ। ਇਹੀ 2-3 ਕਾਰਨ ਆ ਮੇਨ ਵੀ ਜਿਹਦੇ ਨਾਲ ਕਿਸਾਨ ਹਰੇਕ ਚੀਜ਼ ਦੀ ਡੋਜ਼ ਵਧਾ ਦਿੰਦਾ ਰਿਜ਼ਲਟ ਲੈਣ ਵਾਸਤੇ। ਤੁਸੀਂ ਅਗਿਆਨਤਾ ਦੀ ਗੱਲ ਕੀਤੀ, ਅਗਿਆਨਤਾ 'ਚ ਇਹ ਵੀ ਆ ਜਾਂਦਾ ਵੀ ਜਿਵੇਂ ਫਲਾਣੇ ਨੇ ਯਾਰ 4 ਗੱਟੇ ਪਾਏ ਆ ਯੂਰੀਆ ਦੇ, ਆਪਾਂ 5 ਪਾ ਦਈਏ, ਆਪਣਾ ਫਾਇਦਾ ਹੋ, ਜਾਂ ਆਪਾਂ ਸਪਰੇਅ ਉਹਨੇ ਇੰਨੀ ਕੀਤੀ ਸੀ ਉਹਦਾ ਗੱਲ ਨਹੀਂ ਬਣੀ, ਆਪਾਂ ਇੰਨੀ ਪਾ ਦਈਏ। ਇਹ ਅਗਿਆਨਤਾ ਦਾ ਹਿੱਸਾ ਜੀ ਬਿਲਕੁਲ। ਵੀ ਅਗਲਾ ਕਹਿੰਦਾ ਉਹਨੇ 3 ਗੱਟੇ ਪਾਏ ਆ, ਉਹਦਾ ਝੋਨਾ ਵਧੀਆ ਬਣ ਗਿਆ, ਮੈਂ 3.5 ਪਾਵਾਂ ਉਹ ਤੋਂ ਵੀ ਵਧੀਆ ਬਣਾ ਲਾਂ। ਪਰ ਜਦੋਂ ਝੋਨੇ ਦੇ ਵਿੱਚ ਹੀ ਜੇ ਆਪਾਂ ਗੱਲ ਕਰੀਏ, ਜ਼ਿਆਦਾ ਆਪਣੇ ਤਾਂ ਕਣਕ ਝੋਨੇ ਦੀ ਖੇਤੀ ਹੁੰਦੀ ਹੈ, ਝੋਨੇ 'ਚ ਹੀ ਜ਼ਿਆਦਾ ਲੋਕ ਯੂਰੀਆ ਦੀ ਜ਼ਿਆਦਾ ਵਰਤੋਂ ਕਰਦੇ ਆ। ਜਿਹੜੇ ਝੋਨੇ ਨੂੰ ਜੀ ਯੂਰੀਆ ਦੀ ਵਰਤੋਂ ਵੱਧ ਹੋਈ ਆ, ਉਹਨੂੰ ਪੱਤਾ ਲਪੇਟ ਸੁੰਡੀ, ਗੋਭ ਦੀ ਸੁੰਡੀ ਵੀ ਜ਼ਿਆਦਾ ਪਊਗੀ, ਅਤੇ ਉਹਨੂੰ ਬਿਮਾਰੀਆਂ ਵੀ ਜ਼ਿਆਦਾ ਪੈਣਗੀਆਂ। ਹੁਣ ਸ਼ੀਥ ਬਲਾਈਟ ਬਿਮਾਰੀ ਆ, ਇਹਦੇ 'ਚ ਕੀ ਆ, ਚਲੋ ਇਹ ਤਾਂ ਆਪਾਂ ਰੇਹਾਂ ਸਪਰੇਹਾਂ ਦੀ ਗੱਲ ਕਰ ਲਈ। ਇਹਦੇ ਨਾਲ ਇੱਕ ਗੱਲ ਹੋਰ ਵੀ ਆ ਵੀ ਜਿਹੜਾ ਪਾਣੀ ਵੀ ਲੋਕ ਝੋਨੇ ਨੂੰ ਐਂ ਲਾਈ ਜਾਂਦੇ ਆ ਵੀ ਉਹਨੂੰ ਛੱਪੜੀ ਲਾਈ ਰੱਖਦੇ ਆ। ਵੇਖ ਕੇ ਹੈਰਾਨੀ ਹੁੰਦੀ ਹੈ, ਕਿਸਾਨ ਦੇ ਖੇਤ ਜਾਂਦੇ ਆ, ਉਹਦਾ ਕੀ ਐਂਡ 'ਤੇ ਸਿੱਟਾ ਨਿਕਲਦਾ, ਉਹਦਾ ਕੀ ਨਿਕਲਦਾ, ਜਿਹੜੇ ਉਹਦੇ ਤਣੇ ਆ ਜੀ ਉਹ ਗਲ ਜਾਂਦੇ ਆ। ਉਹ ਖੀਰ ਨੂੰ ਝੋਨਾ ਜਦੋਂ ਮਾੜੀ ਜੀ ਹਵਾਈ ਮੌਸਮ ਤਾਂ ਹਰ ਵਾਰੀ ਖਰਾਬ ਹੋਣਾ ਹੀ ਹੁੰਦਾ ਗਾ, ਮੀਂਹ ਹਨੇਰੀ ਆਉਣੀ ਹੁੰਦੀ ਹੈਗੀ, ਜਿਹੜੇ ਝੋਨੇ ਦੇ ਨੂੰ ਪਾਣੀ ਸੁੱਕ ਕੇ ਲੱਗਦੇ ਆ ਉਹਦੇ ਮੁੱਢ ਪੂਰੇ ਮਜ਼ਬੂਤ ਆ ਜੀ। ਜਿਹੜੇ ਝੋਨੇ ਨੂੰ ਪਾਣੀ 'ਚ ਭਰਿਆ ਰਹਿੰਦਾ ਉਹ ਫੰਗਸ ਨਾਲ ਖਰਾਬ ਹੋ ਜਾਂਦੇ, ਤੇ ਜਦੋਂ ਹਨੇਰੀ ਆਉਂਦੀ ਉਹ ਡਿੱਗ ਪੈਂਦਾ, ਉਹਦੇ 'ਚ ਵੀ ਕਿਸਾਨ ਦਾ ਹੀ ਨੁਕਸਾਨ। ਹਾਂ, ਹੁਣ ਆਪਾਂ ਗੱਲ ਕਰਦੇ ਹਾਂ, ਸਾਡੇ ਆਮ ਕਿਹਾ ਜਾਂਦਾ ਹੈ ਜੋ ਹੁਣ ਅਸੀਂ ਕਣਕ ਝੋਨਾ ਛੱਡ ਦਿਓ ਤਾਂ ਚਲੋ MSP ਨਹੀਂ ਮਿਲਦਾ, ਪਰ ਸਾਡੇ ਘਰਾਂ ਦੇ ਵਿੱਚ ਵੀ ਰਿਵਾਜ ਤੁਰ ਗਿਆ ਸਬਜ਼ੀਆਂ ਬੀਜਣ ਦਾ, ਸਬਜ਼ੀਆਂ ਖਰੀਦਣ ਦਾ। ਪਹਿਲਾਂ ਕਹਿੰਦੇ ਸੀ ਕਿ ਜਿਹੜਾ ਕਿਸਾਨ ਹੈ ਨਾ, ਇਹਨੂੰ ਤਾਂ ਸਿਰਫ ਨਮਕ ਲੈਣ ਹੀ ਬਾਜ਼ਾਰ ਜਾਣਾ ਪੈਂਦਾ, ਬਾਕੀ ਸਭ ਕੁਝ ਇਹ ਘਰੇ ਹੀ ਪੈਦਾ ਕਰ ਸਕਦਾ। ਪਰ ਹੁਣ ਸਬਜ਼ੀਆਂ ਤੇ ਅਸੀਂ ਕਰੀਏ ਕਿ ਹੁਣ ਜੇ ਕਿਸੇ ਦੁੱਧ ਵਾਲੇ ਪਾਸੇ ਵੀ ਜਾੜੀਏ ਤਾਂ ਪਸ਼ੂ ਰੱਖਣ ਤੋਂ ਵੀ ਗਰੇਜ ਕਰਦੇ ਜਾਂਦੇ। ਕੀ ਕਾਰਨ ਹੈ, ਕਿਉਂ ਇਹ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ ਆ? ਫਿਰ ਬਿਮਾਰੀਆਂ ਕਹਿ ਦਿੰਦੇ ਆ ਜੀ ਅਸੀਂ ਰੇਹਾਂ ਸਪਰੇਹਾਂ ਵਾਲੀ ਖਾ ਲਈ ਜੀ, ਅਸੀਂ ਸਬਜ਼ੀਆਂ ਰੇਹਾਂ ਸਪਰੇਹਾਂ ਵਾਲੀਆਂ ਖਾਂਦੇ ਹਾਂ ਜੀ ਤਾਂ ਬਿਮਾਰ ਹੁੰਦੇ ਜਾਂਦੇ। ਜਦੋਂ ਘਰੇ ਪੈਦਾਵਾਰ ਕਰ ਸਕਦੇ ਆ, ਫਿਰ ਇਹ ਚੀਜ਼ਾਂ ਕਿਉਂ ਨਹੀਂ ਕਰ ਰਹੇ ਕਿਸਾਨ? ਜਿਹੜੇ ਕਿਸਾਨ ਆ ਜੀ, ਖਾਸ ਕਰਕੇ ਪਿੰਡਾਂ 'ਚ ਰਹਿੰਦੇ ਆ, ਉਹਨਾਂ ਕੋਲੇ ਜੇ ਕਿਸੇ ਕੋਲ ਜ਼ਮੀਨ ਨਾ ਵੀ ਹੋਵੇ ਨਾ ਜੀ, ਉਹਦੇ ਕੋਲੇ ਘਰ ਦੇ ਵਿੱਚ ਇੰਨਾ ਕੁ ਥਾਂ ਹੁੰਦਾ ਵੀ ਉਹ ਆਪਦੇ ਖਾਣ ਜੋਗੀ ਸਬਜ਼ੀ ਉਗਾ ਸਕਦਾ। ਪਰ ਇਹਦੇ 'ਚ ਤਾਂ ਆਪਾਂ ਸਿੱਧਾ ਇਹੀ ਕਹਿੰਦੇ ਆ ਵੀ ਇਹ ਹੱਡ ਹਰਾਮੀ ਕਹਿ ਸਕਦੇ ਆ ਪੰਜਾਬੀਆਂ ਦੀ। ਪੰਜਾਬ ਦੀ ਧਰਤੀ ਇਹ ਜੀ ਆ ਜਿਹਦੇ 'ਤੇ ਹਰੇਕ ਸਬਜ਼ੀ ਹਰੇਕ ਫਸਲ ਉੱਗਦੀ, ਕੋਈ ਮਰਜ਼ੀ ਫਸਲ ਉਗਾਓ। ਚਲੋ ਆਪਾਂ ਵੱਡੇ ਪੱਧਰ 'ਤੇ ਨਹੀਂ ਕਰ ਸਕਦੇ, ਆਪਾਂ ਪਹਿਲਾਂ ਗੱਲ ਕੀਤੀ ਲੇਬਰ ਦੀ, ਪਰ ਆਪਾਂ ਆਪਦੇ ਖਾਣ ਜੋਗੀ ਹਰੇਕ ਚੀਜ਼ ਉਗਾ ਸਕਦੇ। ਪਰ ਇਹਦੇ ਵਿੱਚ ਤਾਂ ਇਹ ਹੈ ਜੀ, ਅੱਜ ਕੱਲ੍ਹ ਜਿਹੜੇ ਸਾਡੀ ਉਮਰ ਦੇ ਲਾ ਲਓ
ਵੀ ਉਹ ਕੰਮ ਕਰਕੇ ਘੱਟ ਖੁਸ਼। ਇਦੋਂ ਪਹਿਲਾਂ ਵਾਲੇ ਬਜ਼ੁਰਗ ਸਬਜ਼ੀ ਲਾਉਂਦੇ ਸੀ, ਖੇਤ ਕੋਠੇ ਦੇ ਨਾਲੇ ਦੁਆਲੇ ਲਾ ਲਈ, ਕੱਦੂ, ਤੋਰੀਆਂ, ਪੇਠਾ ਸਭ ਕੁਝ ਲੱਗਦਾ, ਕੀ ਨਹੀਂ ਹੁੰਦਾ ਗਾ ਇੱਥੇ। ਪਰ ਅੱਜ ਕੱਲ੍ਹ ਦੀ ਜਨਰੇਸ਼ਨ ਉਹ ਕੰਮ ਕਰਕੇ ਘੱਟ ਖੁਸ਼ ਆ, ਉਹਨਾਂ ਨੂੰ ਮੁੱਲ ਲਿਆ ਕੇ। ਹੁਣ ਤਾਂ ਦੁੱਧ ਕਹਿ ਦਿੰਦੇ ਜੀ, ਕਿੱਧਰ ਕੋਈ ਪਸ਼ੂਆਂ ਨੂੰ ਤੜਕੇ ਉੱਠੂਗਾ, ਨਵਾਊਗਾ, ਕਰੂਗਾ ਤੇ ਆਹ ਵਧੀਆ ਦੁੱਧ ਲਿਆਓ, ਡੋਲਣੀ 'ਚ ਪਵਾ ਲਿਓ, ਕੰਮ ਖਤਮ। ਇਹ ਸਿਰਫ ਆਪਾਂ ਮਿਹਨਤ ਤੋਂ ਭੱਜਦੇ ਹਾਂ ਜੀ। ਹੁਣ ਤੁਸੀਂ ਸਾਡੇ ਪਰਿਵਾਰ ਦੀ ਗੱਲ ਲਾ ਲਓ ਜੀ, ਅਸੀਂ ਤਕਰੀਬਨ ਸਬਜ਼ੀ ਨਹੀਂ ਮੁੱਕਣ ਦੇਈਦੀ, ਕੀ ਕਹਿਣਾ ਕਿਸੇ ਸਮੇਂ ਮੁੱਕ ਜੇ, ਪਰ ਨਹੀਂ, ਸਬਜ਼ੀ ਹਰੇਕ ਸੀਜ਼ਨ ਦੀ ਲਾਉਂਦੇ ਹਾਂ। ਠੀਕ ਹੈ। ਉਹਦੇ 'ਚ ਮੈਂ ਆਪਦਾ ਕਹਾਂ ਮੇਰਾ ਕੋਈ ਯੋਗਦਾਨ ਨਹੀਂ, ਮੇਰੇ ਪਰਿਵਾਰ ਦਾ ਯੋਗਦਾਨ ਆ। ਅਸੀਂ ਸਬਜ਼ੀ ਨਹੀਂ, ਛੋਲੇ ਆਪਦੇ ਲਾਈਦੇ ਆ। ਪਹਿਲਾਂ ਛੋਲੀਆ ਖਾਈਦਾ, ਉਦੋਂ ਬਾਅਦ ਦੇ ਵਿੱਚ ਉਹਨੂੰ ਕਾਲੇ ਛੋਲੇ ਉਹ ਖਾਈਦੇ ਆ, ਉਹਦੇ ਤੋਂ ਉਹਦੀ ਦਲੇ ਛੋਲਿਆਂ ਦੀ ਦਾਲ ਬਣਾਈ ਦੀ, ਉਹਦੇ ਤੋਂ ਉਹਦਾ ਵੇਸਣ ਬਣਾਉਣਾ। ਇੱਕ ਚੀਜ਼ ਉਗਾਉਣ ਨਾਲ 4 ਚੀਜ਼ਾਂ ਮਿਲ ਗਈਆਂ। ਉਦੋਂ ਬਾਅਦ 'ਚ ਗੰਨਾ ਆਪਦਾ ਲਾਈਦਾ ਗੁੜ ਵਾਸਤੇ, ਗੁੜ ਦੀ ਚਾਹ ਬਣਾਈ ਦੀ ਆ, ਸੇਵੀਆਂ 'ਚ ਵੀ ਗੁੜ ਪਾਈਦਾ। ਹਰੇਕ ਚੀਜ਼ ਜਿੱਥੇ ਜਿੱਥੇ ਗੁੜ ਦੀ ਮਿੱਠੇ ਦੀ ਵਰਤੋਂ, ਉੱਥੇ ਗੁੜ ਦੀ ਵਰਤੋਂ ਕਰੀਦੀ। ਅਤੇ ਉਹ 'ਚ ਆਪਦਾ 2-3 ਕਨਾਲਾਂ 'ਚ ਸਾਡੇ ਪਰਿਵਾਰ ਆ, ਜੁਆਇੰਟ ਫੈਮਿਲੀ ਹੈ ਸਾਡਾ, ਵਧੀਆ 2-3 ਕਨਾਲਾਂ ਗੰਨਾ ਲਾਉਣ ਨਾਲ ਆਪਦੇ ਗੁੜ ਦੇ ਨਾਲ ਸਾਡਾ 8-9 ਮਹੀਨੇ ਗੁਜ਼ਾਰਾ ਵਧੀਆ ਹੋ ਜਾਂਦਾ ਜੀ। ਉਦੋਂ ਨੂੰ ਨਵਾਂ ਫੇਰ ਗੁੜ ਆ ਜਾਂਦਾ ਥੋੜ੍ਹੇ ਸਮੇਂ ਬਾਅਦ। ਵੀ ਜੇ ਆਪਾਂ ਕਹੀਏ ਹਰੇਕ ਚੀਜ਼ ਆਪਾਂ ਆਪਦੀ ਲਾ ਸਕਦੇ ਹਾਂਗੇ, ਆਪਦੀ ਉਹਨੂੰ ਆਪਾਂ ਕਮਾਈ ਦਾ ਸਾਧਨ ਨਾ ਬਣਾਈਏ, ਸਿਰਫ ਆਪਦੇ ਵਾਸਤੇ ਹੀ ਜੇ ਬੀਜੀਏ ਤਾਂ ਆਪਦੇ ਜੋਗਾ ਆਪਾਂ ਨੂੰ ਕਰਨਾ ਕੋਈ ਔਖਾ ਨਹੀਂ। ਬਚਤ ਵੀ ਹੁੰਦੀ ਹੈ, ਕਮਾਈ ਵੀ ਇੱਕ ਹਿਸਾਬ ਨਾਲ। ਕਮਾਈ ਉਹਦੀ ਇਹ ਹੈ ਜੀ, ਆਪਣਾ ਕਿੱਥੇ ਤਾਂ ਚੀਜ਼ ਉਹ ਮੁੱਲ ਲੈ ਕੇ ਆਉਣੀ, ਕਿੱਥੇ ਆਪਾਂ ਘਰੋਂ ਹੀ ਤੋੜ ਕੇ ਖਾ ਲੈਣੀ। ਬਾਕੀ ਜੋ ਆਪਾਂ ਆਪ ਬੀਜਾਂਗੇ, ਹੁਣ ਮੇਰਾ ਪੈਸਟੀਸਾਈਡ ਦਾ ਕੰਮ ਆ, ਮੈਂ ਲੋਕਾਂ ਨੂੰ ਬਹੁਤ ਕਹਿੰਦਾ ਜੇ ਕੋਈ ਮੋਨੋਸੈਲ ਲੈਣ ਆ ਜੇ, ਮੈਂ ਸਬਜ਼ੀ ਤੇ ਛਿੜਕਣੀ ਆ, ਉਹਨੂੰ ਬਹੁਤ ਸਮਝਾਈਦਾ ਬਾਈ ਨਾ ਲੈ ਨਾ ਲੈ ਨਾ ਲੈ, ਪਰ ਉਹ ਕੀ ਆ, ਅਗਲਾ ਕਹਿੰਦਾ ਜੀ ਮੋਨੋ ਬਿਨਾਂ ਗੱਲ ਹੀ ਨਹੀਂ ਬਣਨੀ। ਮੇਰਾ ਬਿਜ਼ਨਸ ਆ, ਮੇਰਾ ਕੰਮ ਆ ਸਮਝਾਉਣਾ। ਪਹਿਲਾਂ ਬਹੁਤ ਚੀਜ਼ਾਂ ਹੁੰਦੀਆਂ ਸੀਗੀਆਂ ਜੀ, ਮੈਂ ਬਹੁਤ ਚੀਜ਼ਾਂ ਲਿਆਉਂਦਾ ਨਹੀਂ ਸੀ ਦੁਕਾਨ 'ਤੇ, ਪਰ ਜਦੋਂ ਮੈਂ ਕਿਸੇ ਨੂੰ ਕਹਿਣਾ ਬਈ ਇਹਦਾ ਨੁਕਸਾਨ ਆ, ਮੇਰੇ ਕੋਲ ਤਾਂ ਹੈ ਨਹੀਂ, ਉਹ ਬੰਦੇ ਨੇ ਸੋਚਣਾ ਯਾਰ ਵੀ ਇਹਦੇ ਕੋਲ ਹੈ ਨਹੀਂ, ਇਹ ਤਾਂ ਕਰਕੇ ਮੈਨੂੰ ਭਾਸ਼ਣ ਦਿੰਦਾ। ਪਰ ਹੁਣ ਉਹ ਚੀਜ਼ਾਂ ਮੈਂ ਥੋੜ੍ਹੀਆਂ ਰੱਖਦਾ ਹੁੰਦਾ ਵੀ ਚੀਜ਼ ਅਗਲੇ ਦੇ ਸਾਹਮਣੇ ਰੱਖ ਕੇ ਜੇ ਜਵਾਬ ਦੇਵਾਂਗੇ ਨਾ, ਤਾਂ ਉਹਦੇ ਦਿਮਾਗ 'ਚ ਸ਼ਾਇਦ ਇਹ ਗੱਲ ਵੜ ਜੇ ਵੀ ਇਹਦੀ ਤਾਂ ਦੁਕਾਨ ਇਹਨੇ ਤਾਂ ਵੇਚਣੀ, ਇਹਦੇ ਕੋਲੇ ਪਈ ਹੈ, ਇਹ ਜਵਾਬ ਦਿੰਦਾ ਕੋਈ ਗੱਲ ਹੈਗੀ ਹੈ ਇਹਦੀ। ਤਾਂ ਕਰਕੇ ਵੀ ਉਹਨਾਂ ਬਹੁਤ ਚੀਜ਼ਾਂ ਇਹੋ ਜਿਹੀਆਂ ਵੀ ਥੋੜ੍ਹੀ ਕੁਆਂਟਿਟੀ 'ਚ ਰੱਖਣੀਆਂ ਪੈਂਦੀਆਂ, ਵੀ ਸਿਰਫ ਜਵਾਬ ਦੇਣ ਵਾਸਤੇ, ਵੀ ਅਗਲੇ ਨੂੰ ਦਿਖਾਈਏ ਵੀ ਆ ਹੈਗੀ ਆ, ਪਰ ਤੇਰਾ ਕੰਮ ਦੀ ਹੈ ਨਹੀਂ ਗੀ, ਵੀ ਤੂੰ ਇਹਨੂੰ ਨਾ ਵਰਤ। ਫਿਰ ਉਹ ਕਹਿ ਦੇਣਗੇ ਜੀ ਝੋਨੇ 'ਤੇ ਤਾਂ ਹੁਣ ਛਿੜਕਣੀ ਹੈ, ਖਾਣਾ ਤਾਂ ਕਦੋਂ ਜਾ ਕੇ, ਕਣਕ 'ਤੇ ਤਾਂ ਹੁਣ ਛਿੜਕਣੀ, ਖਾਣੀ ਕਦੋਂ ਜਾ ਕੇ ਆ। ਪਰ ਮੋਨੋਸੈਲ ਦਾ ਜਿਹੜਾ ਜ਼ਹਿਰ ਆ ਉਹ ਵਿੱਚੋਂ ਨਹੀਂ ਜਾਂਦਾ ਜੀ ਪ੍ਰੋਪਰ, ਉਹਦੇ ਵਿੱਚ ਰਹਿੰਦਾ ਗਾ ਕੁਛ ਮਾਤਰਾ ਦੇ ਵਿੱਚ। ਇਹੀ ਕਾਰਨ ਜੇ ਆਪਾਂ ਕਿਤੋਂ ਬਾਜ਼ਾਰ 'ਚੋਂ ਸਬਜ਼ੀ ਮੁੱਲ ਲਿਆ ਕੇ ਖਾਂਦੇ ਹਾਂ, ਕੀ ਪਤਾ ਉੱਤੇ ਉਹਦਾ ਕੀ ਛਿੜਕਾਅ ਕੀਤਾ ਹੋਇਆ। ਜੇ ਆਪਾਂ ਘਰੇ ਲਾਵਾਂਗੇ ਤਾਂ ਆਪਾਂ ਔਰਗੈਨਿਕ ਚੀਜ਼ ਛਿੜਕ ਸਕਦੇ ਹਾਂ, ਮੱਛਰ ਮੱਖੀਆਂ ਵਾਸਤੇ ਖੱਟੀ ਲੱਸੀ ਦਾ ਛਿੜਕਾਅ ਕਰ ਸਕਦੇ ਹਾਂ। ਜਾਂ ਮੰਨ ਲਓ ਆਪਾਂ ਨੂੰ ਪੈਸਟੀਸਾਈਡ ਦੀ ਵਰਤੋਂ ਹੋ ਗਈ ਤਾਂ ਆਪਾਂ ਕਮ ਸੇ ਕਮ ਵਧੀਆ ਕੁਆਲਿਟੀ ਦੀ ਗ੍ਰੀਨ ਟ੍ਰਾਇੰਗਲ ਵਾਲੀ, ਜਿਵੇਂ ਕੋਰਾਜਨ ਹੋ ਗਈ ਜੀ, ਜਾਂ ਕੋਈ ਔਰਗੈਨਿਕ ਹੋਰ ਸਪਰੇਅ ਬਹੁਤ ਹੈਗੇ ਆ, ਉਹ ਕਰ ਸਕਦੇ ਹਾਂ। ਅਸੀਂ ਜੋ ਘਰੇ ਸਬਜ਼ੀ ਉੱਤੇ ਰੇ ਤਾਂ ਕਦੇ ਪਾਉਂਦੇ ਹੀ ਨਹੀਂ। ਜੇ ਮੰਨ ਲਓ ਆ ਲੋੜ ਪੈਂਦੀ ਆ ਵੀ ਕੋਈ ਉਹਨੂੰ ਸੁੰਡੀ ਆ ਜਾਂ ਕਾਣ ਆ, ਉਹਦੇ ਵਾਸਤੇ ਪੂਰੀ ਵਧੀਆ ਸਪਰੇਅ ਕਰਨੀ ਉਹਦੇ 'ਤੇ, ਵੀ ਜਿਹਦਾ ਕੋਈ ਨੁਕਸਾਨ ਨਹੀਂ। ਕੋਰਾਜਨ ਇਹੋ ਜਿਹੀ ਸਪਰੇਅ ਹੈ ਜੀ ਵੀ ਅੱਜ ਉਹਦੇ 'ਤੇ ਛਿੜਕੇ, ਚਾਹੇ ਸ਼ਾਮ ਨੂੰ ਤੋੜ ਕੇ ਖਾ ਲਓ ਜਾਂ ਅਗਲੇ ਦਿਨ ਤੋੜ ਕੇ ਖਾ ਲਓ, ਕੋਈ ਨੁਕਸਾਨ ਨਹੀਂ ਉਹਦਾ। ਹਾਂ, ਤਾਂ ਕਿਤੇ ਨਾ ਕਿਤੇ ਤੁਸੀਂ ਹੱਡ ਹਰਾਮੀ ਦੀ ਗੱਲ ਕੀਤੀ ਵੀ ਅਸੀਂ ਮਿਹਨਤ ਤੋਂ ਭੱਜ ਰਹੇ ਹਾਂ ਜਿਹੜੀ ਚੀਜ਼ ਤੋਂ। ਇੱਕ ਹੋਰ ਬੜਾ ਸਾਡੇ ਟ੍ਰੈਂਡ ਚੱਲਿਆ ਵਾ ਟਰੈਕਟਰਾਂ ਦਾ। ਹਾਂਜੀ, ਇਹਦੇ 'ਤੇ ਵੀ ਅਸੀਂ ਜਾਣਕਾਰੀ ਲਵਾਂਗੇ ਕਿ ਕਿੰਨੇ ਏਕੜ ਵਾਲੇ ਜਿਹੜਾ ਕਿਸਾਨ ਹੈ, ਜਿਵੇਂ ਮੰਨ ਲਓ 5 ਏਕੜ ਵਾਲਾ ਕਿਸਾਨ, ਉਹਨੂੰ ਕਿੱਡੇ ਕੁ ਹਾਰਸ ਪਾਵਰ, ਕਿੱਡੇ ਕੁ ਵੱਡੇ ਟਰੈਕਟਰ ਦੀ ਜ਼ਰੂਰਤ ਹੈ। ਜਿਹੜਾ 10 ਕਿੱਲਿਆਂ ਵਾਲਾ ਉਹਨੂੰ, ਕਿਉਂਕਿ ਰੀਸੋ ਰੀਸ ਸਾਡੇ ਪੰਜਾਬ 'ਚ ਇਹ ਚੱਲਦਾ ਹੈ ਕਿ ਚਾਹੇ ਜ਼ਮੀਨ ਥੋੜ੍ਹੀ ਹੋਵੇ, ਪਰ ਟਰੈਕਟਰ ਆਏ ਹੁੰਦਾ ਵੀ ਗਵਾਂਢੀ ਨੇ ਲੈ ਜਾਂਦਾ, ਮੇਰੇ ਵੱਡਾ ਹੋਵੇ, ਫਿਰ ਵੱਡਾ ਸਾਰਾ ਉੱਤੇ ਡੈਕ ਲੱਗਿਆ ਹੁੰਦਾ ਡੀਜੇ ਵਰਗਾ, ਫਿਰ ਉਹ ਵੀ ਪਿੰਡ ਦੇ ਵਿੱਚ ਗੇੜਾ ਦੇਵਾਂ ਤਾਂ ਲੋਕ ਪੁੱਛਣ ਵੀ ਆਹ ਕਿਹੜਾ ਲੰਘਿਆ। ਟਰੈਕਟਰਾਂ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਵੀ ਕਿੰਨੀ ਜ਼ਮੀਨ ਵਾਲੇ ਨੂੰ ਕਿਹੜੇ ਟਰੈਕਟਰ ਦੀ ਲੋੜ ਹੈ ਅਤੇ ਕਿਉਂ ਲੋਕ ਇਹ ਵੱਡੇ ਟਰੈਕਟਰਾਂ ਮਗਰ ਪਿੱਛੇ ਪਏ। ਜੇ ਆਪਾਂ 5 ਏਕੜ ਵਾਲੇ ਕਿਸਾਨ ਦੀ ਗੱਲ ਕਰੀਏ ਜੀ, 5 ਏਕੜ ਵਾਲੇ ਕਿਸਾਨ ਨੂੰ 35 ਹਾਰਸ ਪਾਵਰ ਦਾ ਟਰੈਕਟਰ ਜੀ ਸਿਰਫ ਵਾਹੀ ਕਰਨੀ ਉਹਦੇ ਵਾਸਤੇ ਬਹੁਤ ਹੈ ਜੀ। ਜੇ ਆਪਾਂ ਨੂੰ ਦੱਸਣਾ ਹੋਵੇ ਕਿਹੜਾ ਟਰੈਕਟਰ ਵੀ ਅੰਦਾਜ਼ਾ ਕਿਹੜੇ ਟਰੈਕਟਰ ਆ ਰਹੇ ਆ, ਜਿਵੇਂ ਜਿਹੜੇ 35 ਹਾਰਸ ਪਾਵਰ ਦੇ ਟਰੈਕਟਰ ਹੈ ਜੀ, ਉਹ ਤਾਂ ਹੁਣ ਵੈਸੇ ਬਹੁਤ ਘੱਟ ਆਉਂਦੇ ਆ। ਜਿਵੇਂ ਮੈਸੀ 241 ਹੋ ਗਿਆ ਜੀ, ਜਾਂ ਇਹ ਤੋਂ ਪਹਿਲਾਂ HMT ਦੇ ਆਉਂਦੇ ਹੁੰਦੇ ਸੀ 3511, 2511, 2522, ਜੇ 45 ਹਾਰਸ ਪਾਵਰ ਤੱਕ ਕਰਕੇ 4511 ਆ ਗਿਆ ਜੀ ਟਰੈਕਟਰ। ਇਹ ਟਰੈਕਟਰ ਬਹੁਤ ਵਧੀਆ ਸੀ। ਪਰ ਹੁਣ ਆਪਾਂ ਗੱਲ ਕਰੀਏ ਜੀ, ਜਿਵੇਂ ਪਰਾਲੀ ਦੀ ਸਾਂਭ ਸੰਭਾਲ 'ਤੇ ਆ ਗਏ ਜੀ, ਪਰਾਲੀ ਨੂੰ ਸਰਕਾਰ ਕਹਿੰਦੀ ਅੱਗ ਨਾ ਲਾਓ, ਉਹਦੇ ਵਾਸਤੇ ਟਰੈਕਟਰ ਫੇਲ ਹੈ ਜੀ। ਉਹਦੇ ਵਾਸਤੇ ਕਿਸਾਨ ਨੂੰ ਟਰੈਕਟਰ ਵੱਡਾ ਹੀ ਲੈਣਾ ਪਊਗਾ, ਘੱਟੋ ਘੱਟ 55 ਹਾਰਸ ਪਾਵਰ, 60-65 ਹਾਰਸ ਪਾਵਰ ਟਰੈਕਟਰ ਚਾਹੀਦਾ ਜੀ ਉਹਨਾਂ ਚੀਜ਼ਾਂ ਨੂੰ ਖਿੱਚਣ ਵਾਸਤੇ। ਪਰ ਹਰੇਕ ਕਿਸਾਨ, ਜੇ 5 ਏਕੜ ਵਾਲਾ ਕਿਸਾਨ ਆ, ਜੇ ਤਾਂ ਜੇ ਉਹ ਟਰੈਕਟਰ ਵੱਡਾ ਲੈਂਦਾ, ਜਾਂ ਤਾਂ ਉਹ ਆਪਦੇ ਕੰਮ ਦੇ ਨਾਲ ਕੋਈ ਕਿਰਾਏ ਦਾ ਵੀ ਕੰਮ ਕਰੇ, ਵੀ ਘਰੇ ਖੜੇ ਟਰੈਕਟਰ ਦਾ ਵਿਆਜ ਕਿਉਂ ਪਾਉਣਾ, ਵੀ ਉਹਨੂੰ ਕਿਰਾਇਆ ਵਾਹੋ ਦੱਬ ਕੇ ਉਹਦੇ ਤੋਂ ਕੰਮ ਲਓ। ਜੇ ਆਪਾਂ ਉਹਦਾ ਵਿਆਜ 8.5-9 ਲੱਖ ਰੁਪਇਆ ਲਾਇਆ, ਉਹਦਾ ਵਿਆਜ ਵੀ ਭਰ ਰਹੇ ਹਾਂ, ਤਾਂ ਉਹਦੇ ਤੋਂ ਕੰਮ ਤਾਂ ਲਓ ਨਾ ਕੋਈ। ਉਹਦੇ ਨਾਲ ਆਪਣੀ ਇਕੱਲੀ ਖੇਤੀਬਾੜੀ ਨਾਲ ਅੱਜ ਗੁਜ਼ਾਰਾ ਨਹੀਂ ਹੁੰਦਾ ਜੀ। ਖੇਤੀਬਾੜੀ ਨਾਲ ਸੰਬੰਧਿਤ ਹੋਰ ਕੰਮ ਕਰੀਏ ਆਪਾਂ, ਜਿਹੜੇ ਮੰਨ ਲਾ ਕਿਰਾਏ 'ਤੇ ਸੰਦ ਲੈ ਕੇ ਚਲਾਈਏ, ਉਹਨਾਂ ਤੋਂ ਆਪਾਂ ਨੂੰ ਡੇਲੀ ਇਨਕਮ ਆਵੇ ਘਰੇ,
ਜੇ ਆਪਾਂ ਵੱਡਾ ਟਰੈਕਟਰ ਲਿਆ ਤਾਂ ਉਹ ਵੀ ਕਰਨ, ਪਰ ਅੱਜ ਕੱਲ ਵੇਖੋ ਵੇਖ ਟਰੈਕਟਰ ਲੋਕ ਜ਼ਿਆਦਾ ਲੈ ਰਹੇ ਹੈਗੇ, ਕੰਮ ਉਹਨਾਂ ਲੈਂਦੇ ਨਹੀਂ ਟਰੈਕਟਰਾਂ ਤੋਂ। ਪਰ ਜੇ ਮੈਂ ਤੁਹਾਨੂੰ ਆਪ ਦੀ ਗੱਲ ਦੱਸਾਂ ਫਿਰ ਤੁਸੀਂ ਇਹ ਵੀ ਕਹੋਗੇ ਹਰੇਕ ਗੱਲ ਚ ਆਪਦੀ, ਪਰ ਇੱਕ ਉਦਾਹਰਨ ਹੈ ਜੀ, ਸਾਡੇ ਕੋਲ 1984 ਮਾਡਲ ਟਰੈਕਟਰ ਆ ਜਿਹਦੇ ਤੋਂ ਅਸੀਂ ਅੱਜ ਸਾਰਾ ਕੰਮ ਲੈਂਦੇ ਹਾਂ। ਮੇਰੇ ਦਾਦਾ ਜੀ ਨੇ ਨਵਾਂ ਲਿਆ ਸੀ 59 ਟਰੈਕਟਰ 1984 ਮਾਡਲ ਆ, 99,400 ਦਾ ਖਰੀਦਿਆ ਸੀ ਜੀ ਉਸ ਟਾਈਮ ਵਿੱਚ। ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਉਹਦੇ ਤੋਂ ਸਾਰਾ ਕੰਮ ਲੈ ਰਹੇ ਹਾਂ। ਨਾਲ ਉਹਦੇ 2-3 ਟਰੈਕਟਰ ਹੋਰ ਵੀ ਹੈਗੇ ਆ, ਪਰ ਅਸੀਂ ਨਵੇਂ ਟਰੈਕਟਰਾਂ ਵਾਲੀ ਦੌੜ 'ਚ ਹਜੇ ਤੱਕ ਤਾਂ ਨਹੀਂ ਪਏ ਵੀ ਜਿਹਦੇ ਨਾਲ ਸਰੀ ਜਾਂਦਾ। ਹੁਣ ਸਾਨੂੰ ਮਹਿਸੂਸ ਹੁੰਦਾ ਸੀ ਵੀ ਇੱਕ ਟਰੈਕਟਰ ਹੋਰ ਲੈ ਲਈਏ ਨਾਲ, ਪਰ ਅਸੀਂ ਪੁਰਾਣੇ ਟਰੈਕਟਰ ਆਪਦੇ ਰੱਖੇ ਬੈਠੇ ਹਾਂ ਵੀ ਉਹਨਾਂ ਸਾਨੂੰ ਪੂਰਾ ਕੰਮ ਦੇ ਰਹੇ ਆ ਉਹ। ਹਾਂ, ਤਾਂ ਕਿਤੇ ਨਾ ਕਿਤੇ 5 ਕਿੱਲਿਆਂ ਵਾਲੇ ਜਿਹੜਾ ਕਿਸਾਨ ਆ ਉਹਨੂੰ ਵੱਡਾ ਟਰੈਕਟਰ ਦੀ ਜ਼ਰੂਰਤ ਨਹੀਂ। ਇਹ ਕਿਸਾਨ ਰਲ ਕੇ ਵੀ, ਮੈਂ ਪਿੰਡਾਂ ਦੇ ਵਿੱਚ ਇਹ ਰਲ ਕੇ ਚਾਹਣ ਵੀ 5-5 ਕਿੱਲਿਆਂ ਵਾਲੇ ਜਿਵੇਂ ਕਿਸਾਨ ਆ ਉਹ 2-4 ਕਿਸਾਨ ਰਲ ਕੇ ਵੀ ਇੱਕ ਟਰੈਕਟਰ ਰੱਖ ਸਕਦੇ ਜੀ। ਇਹ ਗੱਲ ਅਸੀਂ ਬਹੁਤ ਵਾਰੀ ਇੱਥੇ ਕਹੀ ਹੈ ਵੀ ਸਾਡਾ ਜਿਹੜਾ ਪਰਿਵਾਰ ਆ, ਮੇਰੇ ਦਾਦਾ ਜੀ ਵਰਗੇ 7 ਭਰਾ ਸੀ, ਉਹ 7 ਦੇ ਹੁਣ 20 ਘਰ ਬਣ ਗਏ, ਅੱਗੇ ਪਰਿਵਾਰ ਅੱਡ ਅਲੱਗ-ਅਲੱਗ ਹੋਈ ਗਏ ਹਨ। ਤੇ ਜੇ ਇਹ 20 ਘਰ ਰਲ ਕੇ 2 ਟਰੈਕਟਰ ਲੈ ਲੈਣ ਤੇ 2 ਟਰੈਕਟਰਾਂ ਨਾਲ ਵਧੀਆ ਉਹਨਾਂ ਦਾ ਸਰੂਗਾ, ਸਾਰਾ ਕੰਮ ਕਰ ਸਕਦੇ, ਸਾਰੀ ਮਸ਼ੀਨਰੀ ਲੈ ਸਕਦੇ। ਸਰਕਾਰ ਸਬਸਿਡੀਆਂ ਵੀ ਦਿੰਦੀ ਹੈ, ਉਹ ਮਸ਼ੀਨਰੀਆਂ ਲੈ ਕੇ ਆਪਾਂ ਆਪਦਾ ਗੁਜ਼ਾਰਾ ਕਰ ਸਕਦੇ ਹਾਂ। ਆਪਦਾ ਚਾਹੇ ਉਹਨੂੰ ਕਿਰਾਏ 'ਤੇ ਚਲਾ ਲਓ, ਆਪਦਾ ਜਿੰਨਾ ਕੰਮ ਉਦੋਂ ਬਣਾ ਉਹਦੇ 'ਤੇ ਇਨਕਮ ਵੀ, ਉਹ ਚੀਜ਼ਾਂ ਦਾ ਖਰਚਾ ਉਹਨਾਂ 'ਚੋਂ ਨਿਕਲਿਆ ਆਉਣਾ। ਹਾਂ, ਆ ਸਬਸਿਡੀ ਤੁਸੀਂ ਗੱਲ ਕੀਤੀ, ਸਬਸਿਡੀ 'ਤੇ ਆਪਾਂ ਆਉਣੇ ਆ। ਪਰਾਲੀ ਦੀ ਜਦੋਂ ਗੱਲ ਚੱਲਦੀ ਹੈ, ਹੁਣ ਆਪਾਂ ਝੋਨੇ ਦੀ ਪਰਾਲੀ 'ਤੇ ਆ ਜਾਂਦੇ ਹਾਂ। ਪਰਾਲੀ ਨੂੰ ਅਗਲੇ ਸਰਕਾਰ ਕਹਿੰਦੀ ਵੀ ਅਸੀਂ ਸੰਦਾਂ 'ਤੇ ਸਬਸਿਡੀ ਦਿੰਦੇ ਹਾਂ, ਕਿਸਾਨ ਫਿਰ ਵੀ ਲਾਉਣੋਂ ਹਟਦੇ ਨਹੀਂ। ਸਰਕਾਰ ਇਹ ਕਹਿੰਦੀ ਹੈ ਕਿ ਕਿਸਾਨ ਫਿਰ ਵੀ ਲਾਉਣੋਂ ਨਹੀਂ ਹਟਦੇ, ਅਸੀਂ ਸੰਦਾਂ 'ਤੇ ਵੀ ਸਬਸਿਡੀ ਦਿੰਦੇ ਹਾਂ, ਉਹਦੀ ਸਾਂਭ ਸੰਭਾਲ ਵਾਸਤੇ ਜਿਹੜੇ ਸੰਦ ਆਉਂਦੇ ਆ ਉਹਨਾਂ 'ਤੇ ਅਸੀਂ ਰਿਆਇਤਾਂ ਦਿੰਦੇ ਹਾਂ। ਉਹ ਜਿਹੜੀਆਂ ਰਿਆਇਤਾਂ ਮਿਲਦੀਆਂ ਕੀ ਵਾਕਈ ਕਿਸਾਨਾਂ ਤੱਕ ਉਹ ਸਹੀ ਪਹੁੰਚਦੀਆਂ? ਉਹ ਜਿਹੜੀਆਂ ਰਿਆਇਤਾਂ ਜੀ ਸਾਰੇ ਕਿਸਾਨਾਂ ਤੱਕ ਤਾਂ ਨਹੀਂ ਪਹੁੰਚਦੀਆਂ। ਜਿਵੇਂ 2019 ਦੀ ਗੱਲ ਕਰੀਏ ਤਾਂ ਜਿੰਨੇ ਲੋਕਾਂ ਨੇ ਅਪਲਾਈ ਕੀਤਾ ਸੀ ਸਬਸਿਡੀ ਵਾਸਤੇ ਸਭ ਨੂੰ ਮਿਲ ਗਈ ਸੀ। 2020 'ਚ ਕੀ ਹੋਇਆ ਵੀ ਜਦੋਂ ਪਿਛਲੇ 19 ਦੇ ਵਿੱਚ ਸਾਰਿਆਂ ਨੂੰ ਮਿਲੀ ਸੀ ਤਾਂ 2020 'ਚ ਕਿਸਾਨਾਂ ਦੀ ਗਿਣਤੀ ਵੱਧ ਗਈ ਅਪਲਾਈ ਕਰਨ ਵਾਲਿਆਂ ਦੀ, ਤੇ ਪਰ ਜਿਹੜਾ ਸਬਸਿਡੀ ਲਈ ਪੈਸਾ ਆਇਆ ਸੈਂਟਰ ਵੱਲੋਂ ਉਹ ਘਟ ਗਿਆ। 19 'ਚ ਪੈਸਾ ਬਹੁਤ ਆਇਆ ਸੀ, ਅਪਲਾਈ ਘੱਟ ਲੋਕਾਂ ਨੇ ਕੀਤਾ ਸੀ, ਲੋਕਾਂ ਨੂੰ ਇਸ ਬਾਰੇ ਜਾਣੂ ਨਹੀਂ ਸੀ, ਜਾਣਕਾਰੀ ਹੈ ਨਹੀਂ ਸੀ। 20 'ਚ ਲੋਕ ਜਾਣਕਾਰ ਹੋਏ ਤੇ ਪੈਸਾ ਘਟ ਗਿਆ। ਪਰ ਇਹਦੇ 'ਚ ਇਹ ਵੀ ਇੱਕ ਤਾਂ ਸਾਰੇ ਕਿਸਾਨਾਂ ਨੂੰ ਉਹ ਚੀਜ਼ ਮਿਲਦੀ ਨਹੀਂ, ਕਿਉਂਕਿ ਉਹ ਡਰਾ ਕੱਢਦੇ ਆ ਜੀ, ਕਿਉਂਕਿ ਸਾਰਿਆਂ ਨੂੰ ਤਾਂ ਪੈਸਾ ਦੇਣ, ਜੇ ਸਾਰਿਆਂ ਨੂੰ ਦੇਣ ਤਾਂ ਆਵੇ ਕੁਝ ਪੈਸੇ, ਥੋੜ੍ਹੇ ਪੈਸੇ ਆਉਣ, ਫਿਰ ਉਹਨਾਂ ਨੂੰ ਇਹ ਹੁੰਦਾ ਵੀ ਜਿੰਨੇ ਕਿਸਾਨਾਂ ਨੂੰ ਆਵੇ ਉਹਨਾਂ ਨੂੰ ਤਾਂ ਆ ਜੇ, ਫਿਰ ਉਹ ਇੱਕ ਡਰਾ ਕੱਢਦੇ ਆ ਜੀ। ਉਹ ਤਾਂ ਜਿਹੜੇ ਕਿਸਾਨਾਂ ਦਾ ਡਰਾ 'ਚ ਨਾ ਆ ਜਾਂਦਾ ਉਹਨਾਂ ਨੂੰ ਉਹਦੇ 'ਤੇ ਸਬਸਿਡੀ ਮਿਲਦੀ ਹੈਗੀ। ਪਰ ਕੁਝ ਗੱਲਾਂ ਇਹਦੇ 'ਚ ਇਹ ਵੀ ਹੈ ਜੀ, ਇਹਦਾ ਇੱਕ ਪੱਖ ਵੀ ਜਿਹੜੀ ਚੀਜ਼ 'ਤੇ ਸਬਸਿਡੀ ਆ ਜੇ ਉਹਦੀ ਕੀਮਤ ਵੱਧ ਜਾਂਦੀ ਹੈ। ਠੀਕ ਹੈ, ਉਹ ਕਿਤੇ ਇੱਕ ਹਾਸੋਹੀਣੀ ਗੱਲ ਵੀ ਲੱਗਦੀ ਆ ਵੀ ਉਹ ਚੀਜ਼ ਸਬਸਿਡੀ ਆਉਣ ਤੋਂ ਪਹਿਲਾਂ ਜਿੰਨੇ ਦੀ ਸਬਸਿਡੀ ਲੈ ਕੇ ਵੀ ਉਨੇ ਦੀ ਪੈਂਦੀ ਹੈ। ਉੱਥੇ ਗੱਲ ਜਾ ਉਹਦੇ 'ਚ ਇਹ ਹੈ ਵੀ ਕਿਸਾਨ ਦਾ ਤਾਂ ਕੋਈ ਉਹਦੇ 'ਚ 20-25% ਹੀ ਫਾਇਦਾ ਹੁੰਦਾ। 80% ਵਾਲੀ ਸਬਸਿਡੀ ਨੂੰ ਜੇ ਆਪਾਂ ਮੰਨਾਂਗੇ ਕਿਸਾਨ ਦਾ ਉਹਦੇ 'ਚ 20-25% ਹੀ ਫਾਇਦਾ ਹੁੰਦਾ, ਜਿਹੜਾ ਬਾਕੀ 50-55 ਪਤਾ ਨਹੀਂ ਕਿਹਦਾ ਫਾਇਦਾ ਹੁੰਦਾ ਉਹਦੇ 'ਚ। ਵੀ ਉਹਦੇ 'ਚ ਤੁਸੀਂ ਲਾ ਲਓ ਵੀ ਜਿਹੜੀ ਚੀਜ਼ ਦੀ ਪਹਿਲਾਂ 1.25 ਲੱਖ ਕੀਮਤ ਸੀ, 80% ਉਹ 'ਤੇ ਸਬਸਿਡੀ ਪਾਸ ਹੋ ਗਈ, ਉਹ ਚੀਜ਼ ਦੀ ਕੀਮਤ 2.25 ਲੱਖ ਹੋ ਗਈ। ਤਾਂ ਕਿਤੇ ਨਾ ਕਿਤੇ ਜੇ ਅਸੀਂ ਕਹਿ ਲਈਏ ਕਿ ਸਬਸਿਡੀ ਤਾਂ ਇੱਕ ਵਿਖਾਵਾ ਹੈ ਵੀ ਉਹ ਚੀਜ਼ ਦੀ ਕੀਮਤ ਉੱਥੇ ਕਰ ਦਿੱਤੀ ਜਾਂਦੀ ਹੈ ਤੇ ਕਹਿ ਤਾ ਕਿ ਤੁਹਾਨੂੰ ਸਬਸਿਡੀ ਦੇ। ਜਿਵੇਂ ਆਪਣੀ ਡੀਏਪੀ ਦੀ ਗੱਲ ਲੈ ਲਈਏ ਜੀ, ਡੀਏਪੀ ਦੀ ਬੋਰੀ 1200 ਦਾ ਰੇਟ ਸੀ, 1300 1700 1900 2400 ਦੀ ਹੋ ਗਈ। ਜਦੋਂ 2400 ਤੇ ਰੌਲਾ ਪਿਆ, ਕਹਿੰਦੇ ਜੀ ਕਿਸਾਨ ਨੂੰ 1200 ਰੁਪਏ ਸਬਸਿਡੀ ਦੇਤੀ, ਕਿਸਾਨ ਨੂੰ 1200 ਰੁਪਏ ਦੀ ਰਹਿ ਗਈ। ਕਿਸਾਨ ਤਾਂ 2-3 ਮਹੀਨੇ ਪਹਿਲਾਂ ਵੀ 1200 ਦੀ ਲਈ ਜਾਂਦਾ ਸੀ, ਉਹ 1200 ਦੀ ਸਬਸਿਡੀ ਮਿਲੀ ਕਿਹਨੂੰ ਆ? ਹਾਂ, ਤੇ ਕਿਤੇ ਨਾ ਕਿਤੇ ਜਾ ਕੇ ਉਹ ਸਬਸਿਡੀ ਖਤਮ ਕਰ ਦੇਣਗੇ ਤੇ ਫਿਰ ਉਹ 2400 ਦੀ ਰਹਿ ਜੂਗੀ। ਅੱਜ ਰੌਲਾ ਪਿਆ, ਅੱਜ ਫਿਰ 1200 ਦੀ ਕਰਤੀ। ਇਹਦੇ ਵਿੱਚ ਤਾਂ ਜੋ ਮੇਰੇ ਸੁਣਨ 'ਚ ਗੱਲ ਆਈ ਹੈ, ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਵੀ ਕਹਿੰਦੇ ਸੈਂਟਰ ਸਰਕਾਰ ਨੇ ਜਿਹੜੇ 4-5 ਘਰਾਂ ਨੇ ਡੀਏਪੀ ਬਣਾਉਂਦੇ ਉਹਨਾਂ ਤੋਂ ਮੋਟਾ ਪੈਸਾ ਲੈ ਲਿਆ। ਉਹ ਪੈਸਾ ਲੈ ਕੇ ਇਹਦਾ ਰੇਟ ਵਧਾਤਾ। ਜਦੋਂ ਰੇਟ ਵਧਾਇਆ ਦਾ ਰੌਲਾ ਪਿਆ ਤੇ ਸਰਕਾਰੀ ਖਜ਼ਾਨੇ 'ਚੋਂ ਸਬਸਿਡੀ ਦੇਤੀ, ਪੈਸੇ ਤਾਂ ਫਿਰ ਵੀ ਲੋਕਾਂ ਦੇ ਗਏ ਆ ਨਾ। ਜਦੋਂ ਸਰਕਾਰੀ ਖਜ਼ਾਨੇ 'ਚੋਂ ਸਬਸਿਡੀ ਦੇਤੀ ਤਾਂ ਪੈਸੇ ਤਾਂ ਫਿਰ ਵੀ ਲੋਕਾਂ ਦੇ ਗਏ ਆ। ਉਹਦੇ 'ਚ ਇਹ ਆ ਵੀ ਬੀਜੇਪੀ ਨੇ ਸਿੱਧਾ ਪੈਸਾ ਸਰਕਾਰੀ ਖਜ਼ਾਨੇ 'ਚੋਂ ਨਹੀਂ ਲਿਆ, ਤੇ ਪਰ ਉਹਦੇ ਇੱਕ ਢੰਗ ਬਣਾ ਕੇ ਸਿੱਧੇ ਰੂਪ 'ਚ ਲੈ ਲਿਆ। ਕਿਸਾਨ ਇਹ ਗੱਲ ਦਾ ਤਾਂ ਰੌਲਾ ਪਾਉਂਦੇ ਕਿ ਜੀ ਆਮਦਨ ਖੇਤੀ ਦੇ ਵਿੱਚੋਂ ਆਮਦਨ ਕੁਛ ਨਹੀਂ, ਖੇਤੀ ਦੇ ਵਿੱਚੋਂ ਆਮਦਨ ਕੱਖ ਨਹੀਂ, ਪਰ ਠੇਕਾ ਹਰ ਸਾਲ ਵੱਧ ਜਾਂਦਾ। ਜੇਕਰ ਅਸੀਂ ਗੱਲ ਕਰੀਏ ਕਿ ਹੁਣ ਕਈ ਪਿੰਡਾਂ ਵਿੱਚ 60-60 65 ਹਜ਼ਾਰ ਤੇ ਵੀ ਤੇ ਕਈ 70 ਦੀਆਂ ਵੀ ਖਬਰਾਂ ਆ ਜਾਂਦੀਆਂ। ਕਿੰਨਾ ਕੁ ਫਾਇਦਾ ਹੁੰਦਾ ਠੇਕੇ 'ਤੇ ਲੈ ਕੇ ਜ਼ਮੀਨ ਜਿਹੜੀ ਹੈ, ਜ਼ਮੀਨ ਠੇਕੇ 'ਤੇ ਲੈਣ ਦਾ ਕਿੰਨਾ ਕੁ ਫਾਇਦਾ ਹੁੰਦਾ? ਇਹ ਠੇਕਾ ਵਧਾਉਂਦਾ ਕੌਣ ਹੈ? ਆਏ ਸਾਲ ਕਿਸਾਨ ਕਿਉਂ ਠੇਕਾ ਵਧਾਉਂਦੇ ਆ? ਇਹ ਜੀ ਠੇਕਾ ਜਿਹੜਾ ਵਧਾਉਣ ਦੀ ਗੱਲ ਆ, ਇਹ ਠੇਕੇ 'ਤੇ ਜ਼ਮੀਨ ਦੇਣ ਵਾਲਾ ਨਹੀਂ ਵਧਾਉਂਦਾ, ਠੇਕੇ 'ਤੇ ਜ਼ਮੀਨ ਲੈਣ ਵਾਲਾ ਵਧਾ ਰਿਹਾ। ਉਹ ਵਧਾਉਂਦਾ ਕਿਤੇ ਉਹਨਾਂ ਨੂੰ ਇਹ ਡਰ ਹੁੰਦਾ ਵੀ ਸ਼ਾਇਦ ਸਾਨੂੰ ਵਾਹਨ ਨਾ ਮਿਲੇ, ਇਦੋਂ ਬਾਅਦ 'ਚ ਅਸੀਂ ਕਰਾਂਗੇ ਕੀ? ਠੀਕ ਹੈ, ਵੀ ਜੇ ਸਾਨੂੰ ਵਾਹਨ ਨਾ ਮਿਲਿਆ, ਸਾਡੇ ਕੋਲੇ 50-50 ਲੱਖ ਦੀ ਮਸ਼ੀਨਰੀ ਘਰੇ ਖੜੀ ਹੈ, ਜੇ ਸਾਨੂੰ ਵਾਹਨ ਨਾ ਮਿਲਿਆ ਤਾਂ ਅਸੀਂ ਕੀ ਕਰਾਂਗੇ? ਉਹ ਹਰ ਸਾਲ ਸਾਡੇ ਪਿੰਡ ਖੁਦ 68-69 ਹਜ਼ਾਰ ਨੂੰ ਠੇਕੇ 'ਤੇ ਜ਼ਮੀਨ ਲੱਗੀ ਹੋਈ ਆ। ਜਿਹੜੀ 68 ਹਜ਼ਾਰ ਨੂੰ ਲੱਗੀ ਉਹ ਤਾਂ 2 ਮਹੀਨੇ ਪਹਿਲਾਂ ਦੇ ਪੈਸੇ ਦਿੱਤੇ ਹੋਏ ਆ ਸਾਰੇ।
ਉਹ ਤਾਂ 72 73 ਚ ਜਾਵੜੀ ਵਿਆਜ ਪਾ ਕੇ ਦੇਖੀਏ। ਪਰ ਠੇਕੇ ਤੇ ਜਿਹੜੇ ਜ਼ਮੀਨ ਲੈਂਦੇ ਆ ਉਹ ਜਿਹੜੇ ਪਰਿਵਾਰ ਵੀ ਜ਼ਮੀਨ ਲੈਂਦੇ ਆ ਠੇਕੇ ਤੇ, ਉਹਨਾਂ ਕੋਲੇ ਆਪਦੀ ਜਿਹੜੀ ਜ਼ਮੀਨ ਉਹ ਘੱਟ ਹੁੰਦੀ, ਮਸ਼ੀਨਰੀ ਉਹਨਾਂ ਕੋਲੇ ਜ਼ਿਆਦਾ ਹੁੰਦੀ ਹੈ, ਉਹਨਾਂ ਕੋਲੇ ਸਾਰੀ ਮਸ਼ੀਨਰੀ ਹੈਗੀ ਹੈ। ਉਹਨਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਇਹ ਕੰਮ ਸਾਡੇ ਕੰਮ ਨਾਲ ਰਿਲੇਟਡ ਆ ਵੀ ਉਹਨਾਂ ਨੂੰ ਸਿਰਫ ਉਹਨਾਂ ਪਰਿਵਾਰਾਂ ਨੂੰ ਫਾਇਦਾ ਹੁੰਦਾ ਜਿਹੜੇ ਕਿ ਕੰਮ ਆਪ ਕਰਦੇ ਆ। ਠੇਕੇ ਵਾਲੀ ਜ਼ਮੀਨ 'ਚੋਂ ਜੀ ਅੱਜ ਕੱਲ੍ਹ ਸਿਰਫ ਲੇਬਰ ਬਚਦੀ ਹੈ, ਹਰੇਕ ਚੀਜ਼ ਮਹਿੰਗੀ ਹੈ, ਰੇ ਸਪਰੇਅ ਡੀਜ਼ਲ ਸਭ ਕੁਝ ਮਹਿੰਗਾ। ਜਿਹੜੇ ਬੰਦੇ ਆਪ ਮਿਹਨਤ ਕਰਦੇ ਆ ਬਿਨਾਂ ਲੇਬਰ ਤੋਂ ਕੰਮ ਕਰਾਉਂਦੇ ਆ, ਜੋ ਕੰਮ ਉਹ ਕਰ ਸਕਦੇ ਆ, ਉਹ ਪਰਿਵਾਰਾਂ ਨੂੰ ਉਹਦੇ 'ਚ ਫਾਇਦਾ ਵੀ ਆ। 1 ਏਕੜ ਦੇ ਵਿੱਚੋਂ ਅੱਜ ਜੇ ਆਪਾਂ ਦੇਖੀਏ 1 ਲੱਖ ਦੀ ਫਸਲ ਨਿਕਲਦੀ ਹੈ ਜੀ, 1 ਲੱਖ ਕਣਕ ਝੋਨਾ ਮਿਲਾ ਕੇ। 70,000 ਠੇਕਾ ਦੇਤਾ, 2-3 ਹਜ਼ਾਰ ਉਹਦਾ ਵਿਆਜ ਲਾ ਲਓ ਜਿਹੜਾ 70,000 ਦਿੱਤਾ ਵਾ, ਤੇ 25,000 ਖਰਚਾ ਨੋਰਮਲ ਖਰਚਾ ਆ ਜਾਂਦਾ। ਜੇ ਆਪਾਂ ਜ਼ਿਆਦਾ ਮਹਿੰਗਾ ਕੰਮ ਨਾ ਕਰੀਏ ਵੀ ਰੇਹਾਂ ਸਪਰੇਆਂ ਨੋਰਮਲ ਵਰਤੀਏ ਤਾਂ 25,000 ਬਾਕੀ ਸਾਰਾ ਖਰਚਾ ਮਿਲਾ ਕੇ 25,000 ਖਰਚਾ ਆ ਜਾਂਦਾ, ਲੱਖ ਪੂਰਾ ਹੋ ਗਿਆ ਜੀ। ਇਸ ਸਾਲ ਕਣਕਾਂ ਦੇ ਝਾੜ ਆ 10 ਮਣ ਘਟ ਗਏ, ਉਹੀ 10 ਮਣ ਦੇ ਪੈਸੇ ਜ਼ਿਮੀਂਦਾਰ ਨੂੰ ਬਚਣੇ ਸੀ, ਐਨਕੀ ਇਕੁਅਲ ਹੀ ਹੋਇਆ ਕੰਮ, ਬਚਿਆ ਕੁਛ ਨਹੀਂ। ਮਤਲਬ ਕੁੱਲ ਮਿਲਾ ਕੇ ਜ਼ਿਮੀਂਦਾਰ ਦੀ ਜਿਹੜੀ ਭਕਾਈ ਹੈ ਤੇ ਲੇਬਰ ਹੀ ਉਹਨੇ ਆਪਦੀ ਜਿਹੜੀ ਖਪਾਈ ਹੈਗੀ, ਫਾਇਦਾ ਉਹ 'ਚ ਕੁਛ ਨਹੀਂ। ਠੇਕੇ ਤੇ ਜ਼ਮੀਨ ਲੈਣ ਦਾ ਇਹ ਸਿਸਟਮ ਆ ਜੀ। ਠੇਕੇ ਤੇ ਜਦੋਂ ਬੰਦਾ ਜ਼ਮੀਨ ਲੈਣ ਲੱਗ ਜੇ ਉਹਨੂੰ ਪੈਸੇ ਦਾ ਜਿਹੜਾ ਹਿਸਾਬ ਕਿਤਾਬ ਆ ਉਦੋਂ ਹੋਣਾ ਜਦੋਂ ਉਹਨੇ ਜ਼ਮੀਨ ਛੱਡੀ। ਐਨਕੀ ਠੇਕੇ ਤੇ ਜ਼ਮੀਨ ਲੈ ਲਈ, ਉਹਦੇ 'ਚੋਂ ਫਸਲ ਚੱਕ ਲਈ, ਅਗਲੇ ਸਾਲ ਦਾ ਠੇਕਾ ਭਰਤਾ, ਜਦੋਂ ਸੇਵਿੰਗ ਸੀ ਸਾਰੀ ਉਹ ਆਪਾਂ ਵਾਹਣ ਵਾਲੇ ਨੂੰ ਦੇਤੀ। ਜਿਹੜੇ ਸਾਲ ਆਪਾਂ ਵਾਹੁਣਾ ਛੱਡਾਂਗੇ ਠੇਕੇ ਤੋਂ, ਉਸ ਸਾਲ ਪਤਾ ਲੱਗੂ ਵੀ ਤੁਹਾਨੂੰ ਕੀ ਬਚਿਆ। ਹਾਂ, ਬਸ ਇੰਨਾ ਵੀ ਜਿਹੜੇ ਪਰਿਵਾਰਾਂ ਕੋਲ ਆਪਦੀ ਜ਼ਮੀਨ ਘੱਟ ਆ ਪਰ ਉਹਨਾਂ ਦੀ ਜਿਹੜੀ ਆਈ ਚਲਾਈ ਆ ਉਹ ਵਧੀਆ ਚੱਲੀ ਜਾਂਦੀ ਹੈ, ਪੈਸੇ ਦਾ ਸਰਕਲ ਵਧੀਆ ਚੱਲੀ ਜਾਂਦਾ, ਇਹਦਾ ਇਹ ਪਲੱਸ ਪੁਆਇੰਟ ਜ਼ਰੂਰ ਹੈਗਾ। ਹਾਂਜੀ, ਪਰ ਕੁੱਲ ਮਿਲਾ ਕੇ ਜੇ ਕਹੀਏ ਬੱਚਤ ਵਗੈਰਾ ਵਾਲਾ ਹੁਣ ਸਿਸਟਮ ਨਹੀਂ ਹੈ, ਬੱਚਤ ਵਾਲਾ ਸਿਸਟਮ ਨਹੀਂ ਹੈਗਾ ਜੀ, ਨਹੀਂ। ਤਾਂ ਦੋਸਤੋ ਦੇਖੋ, ਅਸੀਂ ਗੱਲਬਾਤ ਕੀਤੀ ਗੁਰਿੰਦਰ ਸਿੰਘ ਨਾਲ, ਬੜੀਆਂ ਵਧੀਆ ਵਿਚਾਰਾਂ ਹੋਈਆਂ, ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਹਰ ਇੱਕ ਗੱਲ ਸਮਝਾਈ, ਕਿਉਂ ਫਸਲੀ ਵਿਭਿੰਨਤਾ ਵੱਲ ਨਹੀਂ ਕਿਸਾਨ ਜਾ ਰਹੇ, ਕਿਹੜੇ ਕਾਰਨ ਹੈ ਕਿ ਹੁਣ ਕਿਸਾਨਾਂ ਦੇ ਜਿਹੜੇ ਨੌਜਵਾਨ ਕਿਸਾਨ ਅਸੀਂ ਕਹਿ ਲਈਏ ਉਹ ਕੰਮ ਕਰਕੇ ਘੱਟ ਖੁਸ਼ ਹੈ, ਕਿਹੜੇ ਕਿਸਾਨ ਨੂੰ ਕਿੰਨੇ ਏਕੜ ਤੱਕ ਵਾਲੇ ਕਿਸਾਨ ਨੂੰ ਕਿਹੜੇ ਟਰੈਕਟਰ ਦੀ ਜ਼ਰੂਰਤ ਆ। ਤਾਂ ਉਹਨਾਂ ਨੇ ਹਰ ਇੱਕ ਗੱਲ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ, ਸਮਝਾਇਆ। ਤਾਂ ਇਹਨਾਂ ਗੱਲਾਂ 'ਤੇ ਗੌਰ ਕੀਤੀ ਜਾਵੇ। ਜਿਵੇਂ ਇਹਨਾਂ ਨੇ ਕਿਹਾ ਕਿ ਪਿੰਡਾਂ ਦੇ ਲੋਕ ਜੇ ਚਾਹੁਣ ਤਾਂ ਜਿਵੇਂ 5 ਕਿੱਲੇ ਵਾਲਾ ਕਿਸਾਨ ਹੈ ਉਹ 8.5 ਲੱਖ ਰੁਪਇਆ ਟਰੈਕਟਰ 'ਤੇ ਲਾਉਣ ਦੀ ਜਗ੍ਹਾ 2-3 ਕਿਸਾਨ ਰਲ ਕੇ ਵੀ ਇੱਕ ਟਰੈਕਟਰ ਲੈ ਕੇ ਉਸ ਨਾਲ ਖੇਤੀ ਕਰ ਸਕਦੇ ਆ ਤੇ ਆਪਣਾ ਕੰਮ ਚਲਾ ਸਕਦੇ ਆ। ਤਾਂ ਇਹਨਾਂ ਗੱਲਾਂ 'ਤੇ ਗੌਰ ਕਰਨ ਦੀ ਲੋੜ ਹੈ। ਜੇ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਨੂੰਨ ਲਿਆ ਕੇ ਸਾਡੇ 'ਤੇ ਹਾਵੀ ਹੋ ਰਹੀਆਂ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਕੁਝ ਆਪਣੇ ਆਪ 'ਚ ਹੀ ਬਦਲਾਅ ਕਰਨੇ ਪੈਣਗੇ ਤਾਂ ਕਿ ਸਰਕਾਰਾਂ ਨਾਲ ਵੀ ਮੁਕਾਬਲਾ ਕਰ ਸਕੀਏ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਖਰਚਿਆਂ ਤੋਂ ਵੀ ਬਚਿਆ ਜਾ ਸਕੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ ਟੀਵੀ,